Hello students, today we are going to start unit 11 that is understanding biography. Biography means ਜਿਹੜੀ ਕਿ ਜਿਹਨੂੰ ਆਪਾਂ ਕਹਿ ਦਿੰਦੇ ਜੀਵਨੀ ਕਿਸੇ ਦੇ ਬਾਰੇ ਕਿਸੇ ਦੇ ਜੀਵਨ ਦੇ ਬਾਰੇ ਲਿਖਿਆ ਗਿਆ ਜਿਹੜਾ ਹੈ ਉਹਨੂੰ ਆਪਾਂ ਬਾਇਓਗ੍ਰਾਫੀ ਕਹਿ ਦਿੰਦੇ ਹਾਂ and it is a biography of a Gandhian in Gharwal, Chandi Prasad Bhatt, and this is written by Ramchandra Guha. So here it is a biography of Chandi Prasad Bhatt, who was an environmentalist. बहुत ਵੱਡੇ ਉਹ environmentalist ਸੀਗੇ ਤੇ ਗਾਂਧੀਅਨ ਫਿਲਾਸਫੀ ਨੂੰ ਫੋਲੋ ਕਰਦੇ ਸੀਗੇ ਤੇ ਉਹ ਕਿਸ ਜਗ੍ਹਾ ਤੇ ਰਹਿੰਦੇ ਸੀਗੇ ਗਰਵਾਲ ਨਾਮ ਦੀ ਇੱਕ ਜਗ੍ਹਾ ਹੈ ਆਈ ਥਿੰਕ ਇਟਸ ਇਨ ਉੱਤਰਾਖੰਡ ਉੱਥੇ ਰਹਿੰਦੇ ਸੀ ਤੇ ਉਹ ਇਸ ਲਈ ਕਿਉਂਕਿ ਉਹ ਗਾਂਧੀ ਨੂੰ ਫੋਲੋ ਕਰਦੇ ਸੀ ਇਸ ਲਈ ਉਹਨਾਂ ਨੂੰ ਗਾਂਧੀਅਨ ਕਿਹਾ ਗਿਆ ਹੈ ਗਰਵਾਲ ਇਜ਼ ਦਾ ਨੇਮ ਆਫ ਅ ਪਲੇਸ ਜਿੱਥੇ ਉਹ ਰਹਿੰਦੇ ਸੀ ਤੇ ਉਹ ਬਾਇਓਗ੍ਰਾਫੀ ਕਿਹਦੀ ਹੈ ਇਹ ਚੰਡੀ ਪ੍ਰਸਾਦ ਭੱਟ ਦੀ ਬਾਇਓਗ੍ਰਾਫੀ ਹੈ ਤੇ ਇਹ ਬਾਇਓਗ੍ਰਾਫੀ ਲਿਖੀ ਕਿਹਨੇ ਆ ਰਾਮਚੰਦਰ ਗੁਹਾ ਨੇ ਸੋ ਲੈਟਸ ਸੀ ਵਾਟ ਹੀ ਰਾਈਟਸ ਅਬਾਊਟ ਚੰਡੀ ਪ੍ਰਸਾਦ ਭੱਟ. In the first week of June 1982, I began a secular pilgrimage deep into the Alaknanda Valley. ਸੋ ਉਹ ਕਹਿੰਦੇ ਕਿ ਇਹ ਜੂਨ 1982 ਦੀ ਗੱਲ ਹੈ ਮੈਂ ਆਪਣੀ ਇੱਕ ਪਿਲਗ੍ਰੀਮੇਜ ਕਿਹਨੂੰ ਕਿਹਾ ਜਾਂਦਾ ਹੈ ਯਾਤਰਾ ਨੂੰ ਕਿਹਾ ਜਾਂਦਾ ਹੈ ਜ਼ਿਆਦਾਤਰ ਪਿਲਗ੍ਰੀਮੇਜ ਰਿਲੀਜੀਅਸ ਯਾਤਰਾ ਨੂੰ ਕਿਹਾ ਜਾਂਦਾ ਹੈ ਜਿੱਦਾਂ ਕਿਸੇ ਗੁਰਦੁਆਰਾ ਮੰਦਿਰ ਦੇ ਦਰਸ਼ਨ ਕਰਨੇ ਪਰ ਉਹਨਾਂ ਨੇ ਨਾਲ ਵਰਡ ਯੂਜ਼ ਕਰ ਦਿੱਤਾ ਸੈਕੂਲਰ ਮੀਨਸ ਨਾਨ ਰਿਲੀਜੀਅਸ ਯਾਤਰਾ ਉਹ ਕਹਿੰਦੇ ਕਿ ਮੈਨੂੰ ਲੱਗ ਤਾਂ ਇੱਦਾਂ ਹੀ ਰਿਹਾ ਸੀ ਕਿ ਮੈਂ ਕਿਸੇ ਰਿਲੀਜੀਅਸ ਯਾਤਰਾ 'ਤੇ ਜਾ ਰਿਹਾ ਹਾਂ ਬਟ ਉਹ ਰਿਲੀਜੀਅਸ ਯਾਤਰਾ ਨਹੀਂ ਸੀ ਉਹ ਸੈਕੂਲਰ ਸੀ ਨਾਨ ਰਿਲੀਜੀਅਸ ਯਾਤਰਾ ਸੀ ਉਹਨਾਂ ਦੀ ਤੇ ਉਹ ਕਿੱਥੇ ਗਏ ਸੀ ਡੀਪ ਇਨਟੂ ਦਾ ਅਲਕਨੰਦਾ ਵੈਲੀ ਦੇ ਵਿੱਚ ਉਹ ਗਏ ਸੀ ਮਾਈ ਡੈਸਟੀਨੇਸ਼ਨ ਵਾਜ਼ ਗੋਪੇਸ਼ਵਰ ਤੇ ਉਹਨਾਂ ਨੇ ਕਿਸ ਜਗ੍ਹਾ ਤੇ ਪਹੁੰਚਣਾ ਸੀ ਗੋਪੇਸ਼ਵਰ ਨਾਮ ਦੀ ਜਗ੍ਹਾ ਤੇ ਪਹੁੰਚਣਾ ਸੀ ਇਹ ਟਾਊਨ ਦੈਟ ਕਲਿੰਗਸ ਮੀਨਸ ਦੈਟ ਲਾਈ ਟੂ ਅ ਹਿਲ ਸਮਵਟ ਸ਼ਾਰਟ ਆਫ ਬਦਰੀਨਾਥ ਸ਼ਿਵਜੀ ਦਾ ਇੱਕ ਟੈਂਪਲ ਹੈ ਉਹ ਕਾਫੀ ਹਾਈਟ ਤੇ ਹੈ ਤੇ ਬਟ ਉਹ ਕਹਿੰਦੇ ਕਿ ਇਹ ਵੀ ਜਿਹੜਾ ਆ ਇਹ ਪਹਾੜੀ ਦੇ ਨਾਲ ਜੁੜਿਆ ਹੋਇਆ ਇੱਕ ਛੋਟਾ ਜਿਹਾ ਟਾਊਨ ਸੀ ਗੋਪੇਸ਼ਵਰ ਲੇਕਿਨ ਬਦਰੀਨਾਥ ਤੋਂ ਉਹਦੀ ਉਚਾਈ ਜਿਹੜੀ ਹੈ ਕਾਫੀ ਘੱਟ ਸੀਗੀ ਸਮਵਟ ਸ਼ਾਰਟ ਸੀ ਐਂਡ ਦ ਲਿਵਿੰਗ ਡਾਇਟੀ ਕਿਹਨੂੰ ਕਹਿ ਦਿੰਦੇ ਆ ਜਿਸਦਾ ਗੁਰੂ ਨੂੰ ਕਹਿ ਦਿੰਦੇ ਆ ਅਤੇ ਜਿਸ ਤਰ੍ਹਾਂ ਜਿੱਦਾਂ ਕੋਈ ਗੁਰੂ ਸ਼ਿਵ ਜੀ ਹੋ ਗਏ ਜਾਂ ਭਗਵਾਨ ਹੋ ਗਏ ਨਾ ਡੇਟੀ ਉਹਨਾਂ ਨੂੰ ਕਿਹਾ ਜਾਂਦਾ ਆ ਅਤੇ ਇੱਥੇ ਕਹਿੰਦੇ ਜਿਉਂਦੇ ਜਾਗਦੇ ਮੇਰੇ ਲਈ ਗੁਰੂ ਕੌਣ ਸੀਗੇ ਆਈ ਵਿਸ਼ ਟੂ ਪੇ ਟ੍ਰਿਬਿਊਟ ਟੂ ਵਾਜ਼ ਚੰਡੀ ਪ੍ਰਸਾਦ ਭੱਟ ਫਾਊਂਡਰ ਆਫ ਦਾ ਚਿਪਕੋ ਮੂਵਮੈਂਟ ਅਤੇ ਇੱਥੇ ਐਕਚੁਅਲੀ ਉਹ ਕਿਹਨੂੰ ਮਿਲਣ ਗਏ ਸੀ ਚੰਡੀ ਪ੍ਰਸਾਦ ਭੱਟ ਨੂੰ ਮਿਲਣ ਗਏ ਸੀ ਜਿਨ੍ਹਾਂ ਨੂੰ ਉਹਨਾਂ ਨੇ ਕੀ ਨਾਮ ਦਿੱਤਾ ਆ ਲਿਵਿੰਗ ਡੇਟੀ ਦਾ ਲਿਵਿੰਗ ਗੁਰੂ ਦਾ ਨਾਮ ਦਿੱਤਾ ਆ ਅਤੇ ਉਹਨਾਂ ਨੂੰ ਇੱਕ ਟ੍ਰਿਬਿਊਟ ਇੱਕ ਆਪਣੇ ਵੱਲੋਂ ਰਿਸਪੈਕਟ ਪੇ ਕਰਨ ਦੇ ਲਈ ਗਏ ਸੀ ਸ਼ਰਧਾਂਜਲੀ ਪੇ ਕਰਨ ਦੇ ਲਈ ਗਏ ਸੀਗੇ ਅਤੇ ਇਹ ਕੌਣ ਹੈ ਚੰਡੀ ਪ੍ਰਸਾਦ ਭੱਟ ਐਕਚੁਅਲੀ ਕੌਣ ਹੈ ਫਾਊਂਡਰ ਆਫ ਦਾ ਚਿਪਕੋ ਮੂਵਮੈਂਟ ਕੀ ਸੀ ਜਿਹਦੇ ਵਿੱਚ ਟਰੀਜ਼ ਨੂੰ ਕੱਟਣ ਤੋਂ ਬਚਾਉਣ ਦੇ ਲਈ ਕਿ ਟਰੀਜ਼ ਨੂੰ ਕੱਟਿਆ ਨਾ ਜਾਵੇ ਤਾਂ ਬਹੁਤ ਸਾਰੇ ਵਲੰਟੀਅਰਸ ਜਿਹੜੇ ਆ ਉਹ ਟਰੀਜ਼ ਨੂੰ ਹੱਕ ਕਰਕੇ ਖੜੇ ਹੋ ਜਾਂਦੇ ਆ ਤਾਂ ਕਿ ਟਰੀ ਨੂੰ ਕੱਟਿਆ ਨਾ ਜਾਵੇ ਸੋ ਉਹੀ ਚਿਪਕੋ ਮੂਵਮੈਂਟ ਦੀ ਉਹ ਇੱਥੇ ਗੱਲ ਕਰ ਰਹੇ ਆ ਸੋ ਸਟਾਰਟਿੰਗ ਦੇ ਵਿੱਚ ਉਹ ਚੰਡੀ ਪ੍ਰਸਾਦ ਭੱਟ ਦੀ ਜਨਮ ਬਾਰੇ ਗੱਲ ਕਰ ਰਹੇ ਆ ਚੰਡੀ ਪ੍ਰਸਾਦ ਭੱਟ ਵਾਜ਼ ਬੋਰਨ ਔਨ 23rd of June 1934 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਇਨ ਅ ਫੈਮਿਲੀ ਆਫ ਪ੍ਰੀਸਟ ਉਹਨਾਂ ਦਾ ਜਨਮ ਕਿਹਦੇ ਘਰ ਦੇ ਵਿੱਚ ਹੋਇਆ ਪੁਜਾਰੀ ਦੇ ਘਰ ਦੇ ਵਿੱਚ ਹੋਇਆ who tended means looked after the temple of Rudranath which nestles means which lie in a forest at 3000 feet ਸੋ ਉਹਨਾਂ ਦਾ ਜਨਮ 23rd June 1934 ਦੇ ਵਿੱਚ ਹੋਇਆ ਪ੍ਰੀਸ ਦੇ ਘਰ ਦੇ ਵਿੱਚ ਹੋਇਆ ਅਤੇ ਉਹ ਕਿਹੜੇ ਟੈਂਪਲ ਦੇ ਪ੍ਰੀਸ ਸੀਗੇ ਰੁਦਰਾਨਾਥ ਟੈਂਪਲ ਦੇ ਪ੍ਰੀਸਟ ਸੀਗੇ ਅਤੇ ਜਿਹੜਾ ਕਿ ਇੱਕ ਜੰਗਲ ਦੇ ਵਿੱਚ ਸੀ ਇਹ ਟੈਂਪਲ ਅਤੇ 13000 ਫੀਟ ਦੀ ਉਚਾਈ 'ਤੇ ਸੀ Rudranath Rudranath is part of Panch Kedar, the 5 Himalaya temples dedicated to Shiva. The most venerated means most respected, of which is Kedarnath.
ਸੋ ਇਹ ਐਕਚੁਅਲੀ ਰੁਦਰਾਨਾਥ ਜਿਹੜਾ ਟੈਂਪਲ ਸੀ ਉਹਨਾਂ 5 ਕੇਦਾਰ ਟੈਂਪਲਸ ਦਾ ਹਿੱਸਾ ਸੀ ਜਿਹੜੇ ਕਿ ਸ਼ਿਵਜੀ ਜੀ ਨੂੰ ਡੈਡੀਕੇਟਿਡ ਸੀਗੇ, ਡੈਡੀਕੇਟਿਡ ਟੂ ਸ਼ਿਵ ਜੀ। ਅਤੇ ਹਿਮਾਲਿਆ ਦੇ ਵਿੱਚ ਇਹ ਟੈਂਪਲ ਸੀਗੇ, 5 ਟੈਂਪਲਸ ਇਕੱਠੇ ਸੀ ਇਹ, ਅਤੇ ਇਹਨਾਂ ਨੂੰ 5 ਕੇਦਾਰ ਵੀ ਕਿਹਾ ਜਾਂਦਾ ਆ। ਅਤੇ ਸਭ ਤੋਂ ਫੇਮਸ ਟੈਂਪਲ, ਸਭ ਤੋਂ ਮੋਸਟ ਰਿਸਪੈਕਟਡ ਫੇਮਸ ਟੈਂਪਲ ਇਹਨਾਂ ਦੇ ਵਿੱਚੋਂ ਕਿਹੜਾ ਸੀ? ਕੇਦਾਰਨਾਥ ਸੀ। ਅਤੇ ਬਟ ਚੰਡੀ ਪ੍ਰਸਾਦ ਭੱਟ ਦੀ ਜਿਹੜੀ ਫੈਮਿਲੀ ਉਹ ਕਿਸ ਟੈਂਪਲ ਦੇ ਨਾਲ ਜੁੜੀ ਹੋਈ ਸੀ? ਰੁਦਰਾਨਾਥ ਟੈਂਪਲ ਦੇ ਨਾਲ ਜੁੜੀ ਹੋਈ ਸੀ। ਲਾਈਕ ਜਿੱਦਾਂ ਬਦਰੀਨਾਥ, ਕੇਦਾਰਨਾਥ, ਇਸ ਤਰ੍ਹਾਂ 5 ਟੈਂਪਲ ਸੀ ਸ਼ਿਵਜੀ ਨੂੰ ਹੀ ਡੈਡੀਕੇਟਿਡ ਸੀਗੇ ਇਹ 5 ਟੈਂਪਲਸ। ਐਜ਼ ਏ ਬॉय ਚੰਡੀ ਪ੍ਰਸਾਦ ਵੈਂਟ ਆਫਨ ਟੂ ਅ ਫੈਮਿਲੀ ਸ਼ਰਾਈਨ। ਉਹਨਾਂ ਦੇ ਲਈ ਸ਼ਰਾਈਨ ਮੀਨਸ ਅ ਟੈਂਪਲ, ਉਹਨਾਂ ਦੇ ਲਈ ਉਹ ਉਹਨਾਂ ਦਾ ਫੈਮਿਲੀ ਟੈਂਪਲ ਸੀ। ਅਤੇ ਕਈ ਵਾਰ ਉਹ ਆਪਣੀ ਫੈਮਿਲੀ ਦੇ ਨਾਲ ਉਹਦੇ ਆਪਣੇ ਉਸ ਟੈਂਪਲ ਦੇ ਵਿੱਚ ਜਾਂਦੇ ਸੀ। ਦ ਜਰਨੀ was alerting him to the local traditions of the folk ecology। ਅਤੇ ਜਦੋਂ ਉਹ ਇਹ ਟਰੈਵਲ ਕਰਦੇ ਹੁੰਦੇ ਸੀ ਮੰਦਿਰ ਜਾਣਾ, ਤਾਂ ਉਹਨਾਂ ਨੇ ਉਹਨਾਂ ਦੀ ਜਿਹੜੀ ਜਰਨੀ ਸੀਗੀ ਆਪਣੇ ਘਰ ਤੋਂ ਰੁਦਰਾਨਾਥ ਮੰਦਿਰ ਦੇ ਤੱਕ ਜਾਣਾ, ਤਾਂ ਉਹਨਾਂ ਨੂੰ ਅਲਰਟ ਕਰ ਰਹੇ ਸੀ, ਉਹਨਾਂ ਨੂੰ ਅਵੇਅਰ ਕਰ ਰਹੇ ਸੀ ਕਿਸ ਚੀਜ਼ ਦੇ ਬਾਰੇ? ਲੋਕਲ ਟਰੈਡੀਸ਼ਨ, ਜਿਹੜੇ ਰਾਸਤੇ ਦੇ ਵਿੱਚੋਂ ਨਿਕਲ ਕੇ ਉਹ ਜਾਂਦੇ ਸੀ ਉੱਥੋਂ ਦੀਆਂ ਪਰੰਪਰਾਵਾਂ ਕੀ ਸੀ, ਟਰੈਡੀਸ਼ਨਸ ਕੀ ਸੀ। ਔਰ ਫੋਕ ਇਕੋਲੋਜੀ, ਫੋਕ ਮੀਨਸ ਦਾ ਪੀਪਲ, ਇਕੋਲੋਜੀ ਮੀਨਸ ਦੇਅਰ ਰਿਲੇਸ਼ਨਸ਼ਿਪ ਵਿਦ ਦਾ ਇਨਵਾਇਰਮੈਂਟ। ਲੋਕਾਂ ਨੇ ਇਨਵਾਇਰਮੈਂਟ ਦੇ ਨਾਲ ਰਿਲੇਟਡ ਕਿਹੜੀਆਂ ਪ੍ਰਥਾਵਾਂ ਸੀਗੀਆਂ ਉਸ ਲੋਕਲ ਲੈਵਲ ਦੇ ਉੱਤੇ, ਰੁਦਰਾਨਾਥ ਟੈਂਪਲ ਨੂੰ ਜਾਂਦਿਆਂ ਰਾਸਤੇ ਦੇ ਵਿੱਚ ਕਿਹੜੀਆਂ ਪ੍ਰਥਾਵਾਂ ਫੋਲੋ ਕੀਤੀਆਂ ਜਾਂਦੀਆਂ ਸੀ ਲੋਕਾਂ ਦੇ ਵੱਲੋਂ, ਉਹਨਾਂ ਚੀਜ਼ਾਂ ਦੇ ਬਾਰੇ ਵੀ ਚੰਡੀ ਪ੍ਰਸਾਦ ਭੱਟ ਨੂੰ ਬਹੁਤ ਜ਼ਿਆਦਾ ਅਲਰਟਨੈਸ ਮਿਲ ਰਹੀ ਸੀ, ਅਵੇਅਰਨੈਸ ਮਿਲ ਰਹੀ ਸੀ। when he walked through the Bugyal, which means the alpine pasture। ਸੋ ਵੈਨ ਹੀ ਵੋਕ ਥਰੂ ਦਾ ਬੁਗਿਆਲ, ਜਿਹਨੂੰ ਕਿ ਕੀ ਕਹਿੰਦੇ ਆ? ਐਲਪਾਈਨ ਪਾਸਚਰ ਕਹਿੰਦੇ ਆ। ਐਲਪਾਈਨ ਪਾਸਚਰ ਮੀਨਸ ਪੈਸਚਰ ਕੀ ਹੁੰਦਾ ਆ? ਜਿੱਦਾਂ ਕਾਫੀ ਉੱਚਾ ਜਿਹੜਾ ਘਾਹ ਆ ਉਗਾ ਦਿੱਤਾ ਜਾਂਦਾ ਆ ਤਾਂ ਕਿ ਜਿਹੜੇ ਪਸ਼ੂ ਆ ਉਹ ਆਪਣੇ ਆਪ ਇਹਨਾਂ ਦੇ ਉੱਤੇ ਆ ਕੇ ਆਪਣਾ ਚਾਰਾ ਜਿਹੜਾ ਚਰ ਸਕਣ, ਤਾਂ ਉਹਨੂੰ ਪੈਸਚਰ ਕਿਹਾ ਜਾਂਦਾ ਹੈ। ਅਤੇ ਜਦੋਂ ਵੀ ਉਸ ਪੈਸਚਰ ਦੇ ਥਰੂ, ਜਿਹਨੂੰ ਉੱਥੋਂ ਦੀ ਲੋਕਲ ਲੈਂਗੁਏਜ ਦੇ ਵਿੱਚ ਬੁਗਿਅਲ ਕਿਹਾ ਜਾਂਦਾ ਸੀ, ਹੀ ਹੈਡ ਟੂ ਟੇਕ ਆਫ ਹਿਸ ਸ਼ੂਜ਼ ਸੋ ਐਜ਼ ਨੋਟ ਟੂ ਹਾਰਮ ਦਾ ਫਲਾਵਰਸ। ਅਤੇ ਇਹ ਉੱਥੇ ਟਰਡੀਸ਼ਨ ਸੀਗੀਆਂ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਲੋਕਲ ਟਰਡੀਸ਼ਨਸ ਦਾ ਪਤਾ ਲੱਗਦਾ ਸੀ। ਕਿਹੜੀਆਂ ਲੋਕਲ ਟਰਡੀਸ਼ਨਸ ਦਾ ਉਹਨਾਂ ਨੂੰ ਪਤਾ ਲੱਗਾ? ਕਿ ਜਦੋਂ ਵੀ ਉਹ ਪੈਸਚਰ ਦੇ ਥਰੂ ਜਾਂਦੇ ਸੀ ਉਹ ਆਪਣੇ ਸ਼ੂਜ਼ ਉਹਨਾਂ ਨੂੰ ਉਤਾਰਨੇ ਪੈਂਦੇ ਸੀ, ਚੱਪਲ ਉਤਾਰਨੀ ਪੈਂਦੀ ਸੀ। ਕਿਉਂ? ਤਾਂ ਕਿ ਉੱਥੋਂ ਦੇ ਜਿਹੜੇ ਫਲਾਵਰਸ ਹੈ ਉਹ ਹਾਰਮ ਨਾ ਹੋ ਜਾਣ, ਉਹਨਾਂ ਨੂੰ ਕੋਈ ਨੁਕਸਾਨ ਨਾ ਪਹੁੰਚ ਜਾਵੇ। In 1 4 kilometer stretch above the Amrit Ganga, there was ban on spitting, ਕਫਿੰਗ ਐਂਡ ਪਿਸਿੰਗ। ਸੋ ਜਿਹੜਾ ਕਿ ਅੰਮ੍ਰਿਤ ਗੰਗਾ ਤੋਂ ਗੰਗਾ ਦੇ ਉੱਪਰ ਜਿਹੜਾ 4 ਕਿਲੋਮੀਟਰ ਸਟ੍ਰੈਚ ਮੀਨਸ ਏਰੀਆ ਸੀ, ਰਾਸਤਾ ਸੀ, 4 ਕਿਲੋਮੀਟਰ ਜਿਹੜਾ ਰਾਸਤਾ ਸੀ ਅਬਵ ਦਾ ਅੰਮ੍ਰਿਤ ਗੰਗਾ, ਗੰਗਾ ਬਹੁਤ ਹੀ ਹੋਲੀ ਰਿਵਰ ਮੰਨੀ ਜਾਂਦੀ ਹੈ, ਉਹਦੇ ਉੱਤੇ ਬੈਨ ਸੀ ਸਪਿਟਿੰਗ ਮੀਨਸ ਥੁੱਕਣ ਤੋਂ, ਕਫਿੰਗ ਖਾਂਸੀ ਕਰਨ ਤੋਂ ਵੀ, ਐਂਡ ਪਿਸਿੰਗ ਮੀਨਸ ਯੂਰੀਨੇਟ ਕਰਨ ਤੋਂ ਵੀ। ਇਹਨਾਂ ਸਭ ਚੀਜ਼ਾਂ ਤੋਂ ਕੀ ਸੀ? ਬੈਨ ਸੀ। ਔਰ ਐਨੀਥਿੰਗ, ਔਰ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਜਿਹੜੀ ਕਿ ਦੈਟ ਮਾਈਟ ਕਾਜ਼ ਪੋਲਿਊਸ਼ਨ ਇਨ ਦਾ ਰਿਵਰ ਬਿਲੋ, ਜਿਹੜੀ ਕਿ ਰਿਵਰ ਨੂੰ ਪੋਲਿਊਟ ਕਰ ਸਕਦੀ ਹੈ, ਉਹ ਸਾਰੀਆਂ ਚੀਜ਼ਾਂ ਦੇ ਉੱਥੇ ਬੈਨ ਸੀ। There were taboos on plucking plants before the festival of the Nanda Ashtami in September। ਤੇ ਉੱਥੇ ਇਹ ਇੱਕ ਟੈਬੂ ਵੀ ਸੀ। ਟੈਬੂ ਮਤਲਬ ਸੋਸ਼ਲ ਕਸਟਮ ਸੀ, ਰਿਵਾਜ਼ ਸੀ ਉੱਥੋਂ ਦਾ ਕਿ ਉੱਥੇ ਇੱਕ ਨੰਦਾ ਅਸ਼ਟਮੀ ਫੈਸਟੀਵਲ ਮਨਾਇਆ ਜਾਂਦਾ ਸੀ। ਉਹਦੇ ਤੋਂ ਪਹਿਲਾਂ ਕੋਈ ਵੀ ਪਲਾਂਟਸ ਨੂੰ ਪਲੱਕ ਨਹੀਂ ਕਰੇਗਾ, ਤੋੜੇਗਾ ਨਹੀਂ ਪਲਾਂਟਸ ਨੂੰ। ਅਤੇ ਇਹ ਕਦੋਂ ਸੀ? ਸੈਪਟੈਂਬਰ ਦੇ ਵਿੱਚ ਇਸ ਤਰ੍ਹਾਂ ਹੁੰਦਾ ਸੀ। ਇਹ ਉੱਥੋਂ ਦਾ ਰਿਵਾਜ ਸੀ ਕਿ ਕੋਈ ਵੀ ਪਲਾਂਟਸ ਨੂੰ ਤੋੜੇਗਾ ਨਹੀਂ ਬਿਫੋਰ ਦਾ ਫੈਸਟੀਵਲ ਆਫ ਨੰਦਾ ਅਸ਼ਟਮੀ ਇਨ ਸੈਪਟੈਂਬਰ।
after which the restraint was removed so that the plucking of now ripened flowers also release their seeds। ਲੇਕਿਨ ਇਹ ਥੋੜ੍ਹੇ ਟਾਈਮ ਦੇ ਲਈ ਫੈਸਟੀਵਲ ਦੇ ਦੌਰਾਨ ਹੀ ਇਹ ਚੀਜ਼ ਰਿਸਟ੍ਰੇਂਟ ਜਿਸ ਤਰ੍ਹਾਂ ਇਹ ਹੁੰਦਾ ਸੀ, ਉਸ ਤੋਂ ਬਾਅਦ ਇਹ ਜਿਹੜਾ ਉਹਨਾਂ ਦੇ ਉੱਤੇ ਰਿਸਟ੍ਰੇਂਟ ਲਗਾਇਆ ਜਾਂਦਾ ਸੀ, ਰੋਕ ਲਗਾਈ ਜਾਂਦੀ ਸੀ ਕਿ ਪਲਾਂਟਸ ਨੂੰ ਨਹੀਂ ਤੋੜਨਾ, ਉਹਨੂੰ ਰਿਮੂਵ ਕਰ ਦਿੱਤਾ ਜਾਂਦਾ ਸੀ। so that the plucking of the plant now ripened means ਪੱਕੇ ਹੋਏ flowers ਉਹ ਕਿਉਂ ਕਰਦੇ ਸੀਗੇ ਕਿ ਉਸ ਤੋਂ ਬਾਅਦ ਕਿਉਂ ਅਲਾਉ ਕਰ ਦਿੰਦੇ ਸੀ, ਕਿਉਂਕਿ ਜਿਹੜੇ ਪੱਕੇ ਹੋਏ ਫਲਾਵਰਸ ਹੈ ਜਦੋਂ ਉਹਨਾਂ ਨੂੰ ਤੋੜਿਆ ਜਾਂਦਾ ਆ ਤਾਂ ਉਹ ਕੀ ਰਿਲੀਜ਼ ਕਰਦੇ ਆ, ਆਪਣੇ ਸੀਡਸ ਨੂੰ ਰਿਲੀਜ਼ ਕਰ ਦਿੰਦੇ ਆ ਅਤੇ ਉਹਨਾਂ ਸੀਡਸ ਤੋਂ ਹੋਰ ਫਿਰ ਨਵੇਂ ਫਲਾਵਰਸ ਜਿਹੜੇ ਆ, ਪਲਾਂਟਸ ਜਿਹੜੇ ਆ ਉੱਗ ਜਾਂਦੇ ਆ। ਸੋ ਇਸ ਲਈ ਇਹ ਰਿਸਟ੍ਰੇਂਟ ਥੋੜ੍ਹੇ ਟਾਈਮ ਲਈ ਹੁੰਦਾ ਸੀ, ਉਸ ਤੋਂ ਬਾਅਦ ਇਹਨੂੰ ਰਿਮੂਵ ਕਰ ਦਿੱਤਾ ਜਾਂਦਾ ਸੀ। Once on a walk to Rudranath, Chandi Prasad met a shepherd burning the flowers of a sacred and beautiful Brahma Kamal, ਇੱਕ ਵਾਰ ਉਹ ਵੋਕ 'ਤੇ ਜਾ ਰਹੇ ਸੀ, ਮਤਲਬ ਰੁਦਰਨਾਥ ਉਸ ਟੈਂਪਲ ਦੇ ਵੱਲ ਜਾ ਰਹੇ ਸੀ। ਚੰਡੀ ਪ੍ਰਸਾਦ ਇੱਕ ਸ਼ੈਫਰਡ ਨੂੰ ਮਿਲਦਾ ਆ। ਸ਼ੈਫਰਡ ਕੌਣ ਹੁੰਦਾ ਆ? ਜਿਹੜਾ ਕਿ ਸ਼ੀਪਸ ਵਗੈਰਾ ਚਾਰਦਾ ਆ। ਉਹ ਕੀ ਕਰ ਰਿਹਾ ਸੀ, ਉੱਥੇ ਇੱਕ ਬਹੁਤ ਹੀ ਸੇਕਰੇਟ, ਬਹੁਤ ਹੀ ਪਵਿੱਤਰ ਅਤੇ ਬਿਊਟੀਫੁਲ ਬ੍ਰਹਮਾ ਕਮਲ ਫਲਾਵਰ ਸੀ ਅਤੇ ਉਹਨੂੰ ਉਹ ਬਰਨ ਕਰ ਰਿਹਾ ਸੀ, ਜਲਾ ਰਿਹਾ ਸੀ। ਹੀ ਆਸਕਡ ਵਾਈ ਇਟਸ ਬੀਂਗ ਦਾ ਵੀਕ ਆਫ ਨੰਦਾ ਅਸ਼ਟਮੀ, ਅਤੇ ਉਹਨਾਂ ਨੇ ਪੁੱਛਿਆ ਉਹਨੂੰ ਸ਼ੈਫਰਡ ਨੂੰ ਕਿ ਵੀ ਇਹ ਤਾਂ ਤੁਸੀਂ ਇਸ ਤਰ੍ਹਾਂ ਫਲਾਰ ਨੂੰ ਕਿੱਦਾਂ ਤੋੜ ਲਿਆ ਜਦ ਕਿ ਇਹ ਨੰਦਾ ਅਸ਼ਟਮੀ ਦੀ ਵੀਕ ਚੱਲ ਰਹੀ ਹੈ। ਤਾਂ ਦ ਸ਼ੈਫਰਡ ਆਨਸਰ ਦੈਟ ਹੀ ਵੁੱਡ ਨਾਟ ਹੈਵ, ਉਹ ਕਹਿੰਦਾ ਮੈਂ ਇਸ ਤਰ੍ਹਾਂ ਕਦੇ ਵੀ ਨਾ ਕਰਦਾ ਨੋਰਮਲੀ ਐਕਸੈਪਟ ਹਿਜ਼ ਸਟਮਕ ਏਕਡ ਹੌਰਬਲੀ। ਉਹਨੇ ਕਿਹਾ ਕਿ ਮੇਰੇ ਪੇਟ ਦੇ ਵਿੱਚ ਬਹੁਤ ਜ਼ੋਰਦਾਰ ਦਰਦ ਹੋ ਰਿਹਾ ਸੀ ਅਤੇ ਮੈਨੂੰ ਇਸ ਲਈ ਇਹ ਫਲਾਰ ਜਿਹੜਾ ਆ ਉਹਨੂੰ ਤੋੜਨਾ ਪਿਆ, ਅਦਰਵਾਈਜ਼ ਉਹ ਕਦੇ ਨਹੀਂ ਕਰਦਾ। ਦ ਐਕਸਟਰੈਕਟ ਆਫ ਫਲਾਰ ਵੁੱਡ ਕਿਉਰ ਹਿਮ, ਅਤੇ ਉੱਥੇ ਇਹ ਵੀ ਸੀ ਕਿ ਉਹ ਜਿਹੜਾ ਫਲਾਰ ਸੀ ਬ੍ਰਹਮਾ ਕਮਲ, ਉਹਦਾ ਜਿਹੜਾ ਐਕਸਟਰੈਕਟ ਸੀ, ਉਹਦਾ ਜਿਹੜਾ ਹਿੱਸਾ ਸੀ ਫਲਾਰ ਦਾ, ਉਹ ਖਾਣ ਦੇ ਨਾਲ, ਚਬਾਉਣ ਦੇ ਨਾਲ ਜਾਂ ਉਹਨੂੰ ਬਰਨ ਕਰਕੇ ਖਾਣ ਦੇ ਨਾਲ ਕੀ ਸੀ, ਪੇਟ ਦਰਦ ਜਾਂ ਕੋਈ ਵੀ ਦਰਦ ਵਗੈਰਾ ਹੈ ਜਿਹੜਾ ਉਹ ਕਿਉਰ ਹੋ ਜਾਂਦਾ ਸੀ, ਖਤਮ ਹੋ ਜਾਂਦਾ ਸੀ। ਤਾਂ ਇਸ ਲਈ ਉਹ ਕਹਿੰਦੇ ਮੈਨੂੰ ਕਰਨਾ ਪਿਆ ਕਿਉਂਕਿ ਮੇਰੇ ਪੇਟ ਦਰਦ ਬਹੁਤ ਜ਼ਿਆਦਾ ਹੋ ਰਿਹਾ ਸੀ। ਬਟ ਦਾ ਓਫੈਂਡਰ ਕੁਇਕਲੀ ਐਡਿਡ, ਓਫੈਂਡਰ ਮਤਲਬ ਜਿਹਦੀ ਗਲਤੀ ਸੀ, ਅਤੇ ਇੱਥੇ ਗਲਤੀ ਕਿਹਦੀ ਸੀ? ਸ਼ੈਫਰਡ ਦੇ ਵੱਲੋਂ ਇਹ ਗਲਤੀ ਹੋਈ ਸੀ। ਓਫੈਂਡਰ ਕਿਹਨੂੰ ਕਹਿ ਦਿੰਦੇ ਆ? ਕਸੂਰਵਾਰ ਨੂੰ ਕਹਿ ਦਿੰਦੇ ਆ। ਉਹਨੇ ਜਲਦੀ ਨਾਲ ਇਹ ਵੀ ਕਿਹਾ ਹੀ ਹੈਡ ਬ੍ਰੋਕਨ ਆਫ ਦਾ ਪਲਾਂਟ ਵਿਥ ਹਿਜ਼ ਮਾਊਥ ਲਾਈਕ ਅ ਸ਼ੀਪ ਸੋ ਦੈਟ ਦਾ ਡੇਟੀ ਮੀਨਸ ਗੋਡ ਵੁੱਡ ਥਿੰਕ ਦੈਟ ਇਟ ਵਾਜ਼ ਦਾ ਨੇਚਰਜ਼ ਨੈਚੁਰਲ ਆਰਡਰ ਰੈਦਰ ਦੈਨ ਦਾ ਹੈਂਡ ਆਫ ਮੈਨ ਐਟ ਵਰਕ। ਅਤੇ ਉਹ ਕਹਿੰਦੇ ਕਿ ਮੈਂ ਹੱਥ ਦੇ ਨਾਲ ਨਹੀਂ ਫਲਾਰ ਨੂੰ ਤੋੜਿਆ, ਮੈਂ ਮੂੰਹ ਦੇ ਨਾਲ ਇਸ ਫਲਾਰ ਨੂੰ ਤੋੜਿਆ ਆ ਅਤੇ ਪਲਾਂਟ ਨੂੰ ਬ੍ਰੇਕ ਕੀਤਾ ਆ ਲਾਈਕ ਅ ਸ਼ੀਪ, ਜਿਸ ਤਰ੍ਹਾਂ ਇੱਕ ਸ਼ੀਪ ਕਰੇਗੀ, ਕਿਉਂਕਿ ਮੈਂ ਕਹਿੰਦੇ ਗੋਡ ਮੇਰੇ ਇਸ ਤਰ੍ਹਾਂ ਕਰਨ ਦੇ ਨਾਲ ਗੋਡ ਸੋਚੇਗਾ ਕਿ ਇਹ ਤਾਂ ਨੇਚਰਜ਼ ਨੈਚੁਰਲ ਆਰਡਰ ਹੈ, ਜਿੱਦਾਂ ਕਿ ਨੇਚਰ, ਕਿਉਂਕਿ ਸ਼ੀਪ ਵਗੈਰਾ ਇਹ ਐਨੀਮਲ ਇਹ ਵੀ ਨੇਚਰ ਦਾ ਹਿੱਸਾ ਆ ਅਤੇ ਉਹਨਾਂ ਦੇ ਵੱਲੋਂ ਨੈਚੁਰਲੀ ਇਹ ਕੀਤਾ ਗਿਆ ਆ ਅਤੇ ਕਿਸੇ ਵੀ ਹੈਂਡ ਆਫ ਅ ਮੈਨ ਐਟ ਵਰਕ, ਕਿਸੇ ਵੀ ਬੰਦੇ ਦਾ ਇਹਦੇ ਪਿੱਛੇ ਕੋਈ ਵੀ ਹੱਥ ਨਹੀਂ ਹੈ। ਕੋਈ ਬੰਦਾ ਇੱਥੇ ਕੰਮ 'ਤੇ ਆਇਆ ਜਾਂ ਉਹਦਾ ਇਹਦੇ ਪਿੱਛੇ ਕੋਈ ਵੀ ਹੱਥ ਨਹੀਂ ਹੈ। ਇਹ ਇੱਕ ਨੇਚਰ ਦਾ ਜਿਹੜਾ ਐਨੀਮਲ ਹੈ, ਨੇਚਰਜ਼ ਐਨੀਮਲ, ਉਹਦੇ ਵੱਲੋਂ ਹੀ ਕੀਤਾ ਗਿਆ। While acquiring such informal education in ecology, Chandi Prasad studied in the Rudraprayag and Pauri, stopping short of taking a degree. ਉਹਨਾਂ ਨੇ ਪੜ੍ਹਾਈ ਵੀ ਕੀਤੀ, ਸਕੂਲ ਦੇ ਵਿੱਚ ਸਟੱਡੀ ਵੀ ਕੀਤਾ, ਲੇਕਿਨ ਉਹਨਾਂ ਨੇ ਇਨਫੋਰਮਲ ਐਜੂਕੇਸ਼ਨ ਕਿਹੜੀ ਹੁੰਦੀ ਹੈ? ਜਿਹੜੀ ਕਿ ਅਸੀਂ ਸਕੂਲ ਵਿੱਚ ਜਾ ਕੇ ਨਹੀਂ ਲੈਂਦੇ, ਸਾਨੂੰ ਆਪਣੀ ਲੋਕਲ, ਆਪਣੇ ਘਰ ਤੋਂ, ਆਪਣੇ ਏਰੀਆ ਤੋਂ, ਕਿਸੇ ਜਗ੍ਹਾ 'ਤੇ ਜਾ ਕੇ ਜਿਹੜੀ ਸਾਨੂੰ ਐਜੂਕੇਸ਼ਨ ਕੁਛ ਨਵਾਂ ਸਿੱਖਣ ਨੂੰ ਮਿਲਦਾ ਹੈ, ਉਹਨੂੰ ਇਨਫੋਰਮਲ ਐਜੂਕੇਸ਼ਨ ਕਹਿੰਦੇ ਆ। ਅਤੇ ਉੱਥੋਂ ਦੀ ਇਕੋਲੋਜੀ, ਉੱਥੋਂ ਦੇ ਇਨਵਾਇਰਮੈਂਟ ਦੇ ਬਾਰੇ ਉਹਨਾਂ ਨੂੰ ਇਨਫੋਰਮਲ ਐਜੂਕੇਸ਼ਨ ਬਹੁਤ ਜ਼ਿਆਦਾ ਮਿਲ ਰਹੀ ਸੀ। ਲੇਕਿਨ ਚੰਡੀ ਪ੍ਰਸਾਦ ਜਿਹੜੇ ਸੀਗੇ ਉਹ ਸਕੂਲ ਦੇ ਵਿੱਚ ਵੀ ਪੜ੍ਹੇ। ਕਿਹੜੇ ਸਕੂਲ ਦੇ ਵਿੱਚ? ਰੁਦਰਪ੍ਰਯਾਗ ਐਂਡ ਪੌੜੀ, ਦੋ ਜਗ੍ਹਾ ਦੇ ਨਾਮ ਹੈ, ਉਹਨਾਂ ਸਕੂਲਸ ਦੇ ਵਿੱਚ ਪੜ੍ਹੇ।
ਸਟੋਪਿੰਗ ਸ਼ਾਰਟ ਆਫ ਟੇਕਿੰਗ ਅ ਡਿਗਰੀ, ਲੇਕਿਨ ਕੋਈ ਡਿਗਰੀ ਨਹੀਂ ਹਾਸਿਲ ਕਰ ਪਾਏ। ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਆਪਣੀ ਪੜ੍ਹਾਈ ਜਿਹੜੀ ਆ ਰੋਕਣੀ ਪਈ। ਕੀ ਰੀਜ਼ਨ ਕੀ ਸੀ? ਟੂ ਸਪੋਰਟ ਹਿਜ਼ ਮਦਰ, ਉਹ ਆਪਣੀ ਮਾਂ ਦੀ ਹੈਲਪ ਕਰਵਾਉਣ ਦੇ ਲਈ। ਹਿਜ਼ ਫਾਦਰ ਹੈਡ ਡਾਈਡ ਵੈਨ ਚੰਡੀ ਪ੍ਰਸਾਦ was baby. He taught our two children for a year before joining the Gharwal Motor ਓਨਰਸ ਯੂਨੀਅਨ ਐਜ਼ ਏ ਬੁਕਿੰਗ ਕਲਰਕ। ਅਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਪੜ੍ਹਾਈ ਕਿਉਂ ਛੱਡੀ ਸੀ? ਆਪਣੀ ਮਦਰ ਨੂੰ ਸਪੋਰਟ ਕਰਨ ਦੇ ਲਈ। ਅਤੇ ਉਹਨਾਂ ਦੇ ਫਾਦਰ ਜਦੋਂ ਉਹ ਬਹੁਤ ਛੋਟੇ ਸੀ ਉਦੋਂ ਉਸ ਟਾਈਮ ਹੀ ਡੈਥ ਹੋ ਗਈ ਸੀ। ਅਤੇ ਉਸ ਤੋਂ ਬਾਅਦ ਉਹਨਾਂ ਨੇ ਬੱਚਿਆਂ ਨੂੰ ਆਰਟ ਜਿਹੜਾ ਆ ਉਹ ਕਰਵਾਉਣਾ ਸ਼ੁਰੂ ਕੀਤਾ, ਪੜ੍ਹਾਉਣਾ ਸ਼ੁਰੂ ਕੀਤਾ। ਅਤੇ ਉਸ ਤੋਂ ਬਾਅਦ ਉਹਨਾਂ ਨੇ ਗਰਵਾਲ ਮੋਟਰ ਓਨਰਸ ਯੂਨੀਅਨ ਜਿਹੜੀ ਹੈ ਉਹਨੂੰ ਜੁਆਇਨ ਕਰ ਲਿਆ। ਅਤੇ ਉੱਥੇ ਉਹ ਕੀ ਜੋਬ ਕਰਦੇ ਸੀਗੇ? ਬੁਕਿੰਗ ਕਲਰਕ ਦੀ ਉਹ ਜੋਬ ਕਰਦੇ ਸੀਗੇ। ਮਤਲਬ ਕਿ ਮੋਟਰਸ ਯੂਨੀਅਨ ਕਿਸ ਤਰ੍ਹਾਂ ਕਿ ਜਿੱਦਾਂ ਬੱਸਿਸ ਵਗੈਰਾ ਹੋ ਗਈਆਂ ਜਾਂ ਕੋਈ ਟੂਰ ਐਂਡ ਟਰੈਵਲਸ ਹੁੰਦੇ ਆ ਹੈ ਨਾ, ਸੋ ਉਹਨਾਂ ਦੇ ਲਈ ਕਾਰਸ ਬੁੱਕ ਕਰਨੀਆਂ, ਟੈਕਸੀ ਬੁੱਕ ਕਰਨੀ, ਤਾਂ ਉੱਥੇ ਉਹਨਾਂ ਦਾ ਕੰਮ ਐਜ਼ ਏ ਬੁਕਿੰਗ ਕਲਰਕ ਸੀਗਾ। ਜਿਹੜਾ ਵੀ ਕੋਈ ਉੱਥੇ ਜਿੱਦਾਂ ਹੁਣ ਕੇਦਾਰਨਾਥ ਬਹੁਤ ਫੇਮਸ ਟੈਂਪਲ ਹੈ, ਉੱਥੇ ਲੋਕ ਜਿਹੜੇ ਆ ਘੁੰਮਣ ਦੇ ਲਈ ਆਉਂਦੇ ਆ, ਤਾਂ ਉੱਥੇ ਉਹਨਾਂ ਨੂੰ ਟਰੈਵਲਸ ਵਗੈਰਾ, ਕਾਰਸ ਵਗੈਰਾ, ਟੈਕਸੀ ਵਗੈਰਾ ਬੁੱਕ ਕਰਕੇ ਦੇਣੀ, ਇਹ ਉਹਨਾਂ ਦੀ ਜੋਬ ਸੀਗੀ ਬੁਕਿੰਗ ਐਜ਼ ਏ ਬੁਕਿੰਗ ਕਲਰਕ। ਅਤੇ ਕਿੱਥੇ ਜੋਬ ਕਰਦੇ ਸੀ? ਗਰਵਾਲ ਮੋਟਰ ਓਨਰਸ ਯੂਨੀਅਨ ਦੇ ਵਿੱਚ ਉਹਨਾਂ ਨੇ ਜੋਬ ਕੀਤੀ ਹੈ। ਵਿਦ ਦਾ GMOU, GMOU means Garhwal Motor Owners Union. He was posted up and down the Alaknanda in large villages with names as lovely as Pipalkoti and Karan Prayag. ਤਾਂ ਉਹਨਾਂ ਨੇ ਇਸ ਯੂਨੀਅਨ ਨੂੰ ਜੁਆਇਨ ਕਰਨ ਤੋਂ ਬਾਅਦ ਉਹਨਾਂ ਨੂੰ ਪੋਸਟਡ ਅਪ ਐਂਡ ਡਾਊਨ, ਕਦੇ ਤਾਂ ਅਲਕਨੰਦਾ ਦੇ ਉੱਪਰ ਵੱਲ ਉਹਨਾਂ ਦੀ ਪੋਸਟਿੰਗ ਹੋ ਜਾਂਦੀ ਸੀ, ਕਦੇ ਅਲਕਨੰਦਾ ਤੋਂ ਨੀਚੇ ਵੱਲ ਉਹਨਾਂ ਦੀ ਪੋਸਟਿੰਗ ਆ ਜਾਂਦੀ ਸੀ। ਅਤੇ ਉਹਨਾਂ ਨੇ ਬਹੁਤ ਸਾਰੇ ਵਿਲੇਜਸ ਦੇ ਵਿੱਚ ਉਹਨਾਂ ਨੇ ਘੁੰਮੇ ਆ, ਜਿਨ੍ਹਾਂ ਦੇ ਨਾਮ ਵੀ ਬਹੁਤ ਖੂਬਸੂਰਤ ਸੀਗੇ, ਬਿਊਟੀਫੁਲ ਨੇਮ ਸੀਗੇ, ਲਵਲੀ ਨੇਮ ਸੀਗੇ। ਅਤੇ ਸੱਚ ਐਜ਼ ਪੀਪਲ ਕੋਟੀ ਵਿਲੇਜ ਦੇ ਵਿੱਚ ਉਹਨਾਂ ਨੇ ਕੰਮ ਕੀਤਾ, ਕਰਨ ਪ੍ਰਯਾਗ ਵਿਲੇਜ ਦੇ ਵਿੱਚ ਉਹਨਾਂ ਨੇ ਕੰਮ ਕੀਤਾ। His years selling bus tickets, he says, alerted him to the social diversity of India. ਅਤੇ ਉਹ ਬੱਸ ਟਿਕਟਸ ਜਿਹੜੀਆਂ ਵੇਚਦੇ ਸੀਗੇ, ਲੋਕਾਂ ਨੂੰ ਟਿਕਟ ਦਿੰਦੇ ਸੀਗੇ ਬੱਸਿਸ ਦੀਆਂ। ਤਾਂ ਉਹ ਕਹਿੰਦੇ ਕਿ ਜਦੋਂ ਉਹ ਲੋਕਾਂ ਨੂੰ ਬੱਸ ਟਿਕਟਸ ਦਿੰਦੇ ਸੀਗੇ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਅਲਰਟ ਫੀਲ ਕੀਤਾ ਉਹਨਾਂ ਨੇ। ਕਾਹਦੇ ਬਾਰੇ? ਸੋਸ਼ਲ ਡਾਇਵਰਸਿਟੀ ਆਫ ਇੰਡੀਆ, ਕਿ ਇੰਡੀਆ ਜਿਹੜਾ ਦੇਸ਼ ਹੈ ਇਹਦੇ ਵਿੱਚ ਕਿੰਨੀ ਅਲੱਗ-ਅਲੱਗ ਤਰ੍ਹਾਂ ਦੀਆਂ ਸੁਸਾਇਟੀਜ਼, ਸੋਸ਼ਲ ਡਾਇਵਰਸਿਟੀ ਹੈ, ਕਿੰਨੀ ਅਲੱਗ-ਅਲੱਗ ਸੁਸਾਇਟੀਜ਼ ਦੇ, ਕਮਿਊਨਿਟੀਜ਼ ਦੇ ਲੋਕ ਜਿਹੜੇ ਆ ਇਸ ਇੰਡੀਆ ਦੇ ਵਿੱਚ ਰਹਿੰਦੇ ਆ। ਹੁਣ ਜਿੱਦਾਂ ਹਿਮਾਚਲ ਦੇ ਵਿੱਚ ਆ ਜਾਂ ਕੇਦਾਰਨਾਥ, ਕੋਈ ਸਿੱਖ ਵੀ ਜਾਏਗਾ, ਕੋਈ ਪੰਜਾਬ ਤੋਂ ਜਾਏਗਾ, ਕੋਈ ਹਰਿਆਣਾ ਤੋਂ ਜਾਏਗਾ, ਤਾਂ ਕਿੰਨੀ ਸੋਸ਼ਲ ਡਾਇਵਰਸਿਟੀ ਦੇ ਬਾਰੇ ਉਹਨਾਂ ਨੂੰ ਉੱਥੇ ਨੌਲੇਜ ਮਿਲਦੀ ਸੀ। ਫॉर ਮੈਨੀ ਆਫ ਹਿਸ ਕਸਟਮਰਸ, ਕਿਉਂਕਿ ਜਿਹੜੇ ਉਹਨਾਂ ਦੇ ਕਸਟਮਰਸ ਹੁੰਦੇ ਸੀਗੇ ਵਰਲ ਪਿਲਗ੍ਰਿਮਸ ਮਤਲਬ ਸ਼ਰਧਾਲੂ ਸੀਗੇ, ਫਰੋਮ ਡਿਫਰੈਂਟ ਪਾਰਟਸ ਆਫ ਕੰਟਰੀ, ਜਿਸ ਤਰ੍ਹਾਂ ਕੋਈ ਪੰਜਾਬ ਤੋਂ ਸੀ, ਕੋਈ ਹਰਿਆਣਾ ਤੋਂ ਸੀ, ਕੋਈ ਬੰਗਾਲ ਤੋਂ ਸੀ। ਸੋ ਉਹ ਅਲੱਗ-ਅਲੱਗ ਜਗ੍ਹਾ ਤੋਂ ਸੀਗੇ, ਪ੍ਰੈਕਟਾਈਜ਼ਿੰਗ ਵੇਰੀਅਸ ਟ੍ਰੇਡਸ ਐਂਡ ਪ੍ਰੋਫੈਸ਼ਨ। ਅਤੇ ਉੱਥੇ ਜਿਹੜੇ ਲੋਕ ਵੀ ਆਉਂਦੇ ਸੀਗੇ ਉਹ ਕਈ ਅਲੱਗ-ਅਲੱਗ ਜੋਬਸ ਕਰਦੇ ਹੁੰਦੇ ਸੀ, ਟ੍ਰੇਡਸ ਐਂਡ ਪ੍ਰੋਫੈਸ਼ਨਸ ਹੁੰਦੇ ਸੀ ਉਹਨਾਂ ਦੇ। How did an obscure transport clerk become an influential social worker? ਹੁਣ ਹੈਰਾਨੀ ਦੀ ਗੱਲ ਸੀਗੀ ਕਿ ਉਹ ਬਚਪਨ ਦੇ ਵਿੱਚ ਉਹ ਇੱਕ ਪ੍ਰੀਸਟ ਘਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ, ਉਸ ਤੋਂ ਬਾਅਦ ਉਹਨਾਂ ਦੇ ਫਾਦਰ ਦੀ ਡੈਥ ਹੋ ਗਈ, ਤਾਂ ਉਸ ਤੋਂ ਬਾਅਦ ਉਹਨਾਂ ਨੇ ਐਜ਼ ਏ ਕਲਰਕ ਆਪਣੀ ਜੋਬ ਜਿਹੜੀ ਆ ਮੋਟਰਸ ਯੂਨੀਅਨ ਦੇ ਵਿੱਚ ਸਟਾਰਟ ਕਰ ਦਿੱਤੀ। ਅਤੇ ਉੱਥੇ ਐਜ਼ ਏ ਟਰਾਂਸਪੋਰਟ ਕਲਰਕ ਸੀਗੇ। ਇੱਕ ਟਰਾਂਸਪੋਰਟ ਕਲਰਕ ਜਿਹੜਾ ਕਿ ਔਬਸਕਿਓਰ ਹੁੰਦਾ ਹੈ, ਮਤਲਬ ਡਿਫਿਕਲਟ ਟੂ ਅੰਡਰਸਟੈਂਡ, ਅਨਕਲੀਅਰ, ਜਾਂ ਜਿਹੜਾ ਕਿ ਬਹੁਤ ਜ਼ਿਆਦਾ ਫੇਮਸ ਨਾ ਹੋਵੇ, ਉਹ ਇੱਕ ਇਨਫੇਮਸ ਜਿਹੜੇ ਟਰਾਂਸਪੋਰਟ ਕਲਰਕ ਸੀਗੇ, ਉਹ ਇੱਕ ਇਨਫਲੂਐਂਸ਼ੀਅਲ ਸੋਸ਼ਲ ਵਰਕਰ ਕਿਸ ਤਰ੍ਹਾਂ ਬਣੇ। ਇਨ ਭੱਟਸ ਟੈਲਿੰਗ, ਉਹਨਾਂ ਨੇ ਉਹ ਜਿਹੜੇ ਆਪਾਂ ਦੇਖਿਆ ਹੀ ਹੈ ਕਿ ਜਿਹੜੇ ਸਾਡੇ ਰਾਈਟਰ ਹੈ ਰਾਮ ਚੰਦਰ ਗੁਹਾ, ਉਹ ਇੱਕ ਇੰਟਰਵਿਊ ਕਰਨ ਗਏ ਸੀਗੇ ਚੰਡੀ ਪ੍ਰਸਾਦ ਭੱਟ ਦੀ, ਅਤੇ ਭੱਟ ਨੇ ਉਹਨਾਂ ਨੂੰ ਦੱਸਿਆ, ਅਤੇ ਇਸੇ ਇੰਟਰਵਿਊ ਦੇ ਵਿੱਚ ਉਹਨਾਂ ਨੇ ਦੱਸਿਆ ਦਾ ਟਰਾਂਸਫੋਰਮੇਸ਼ਨ ਸਟਾਰਟਿਡ ਵਿਦ ਹਿਜ਼ ਅਟੈਂਡਿੰਗ ਅ ਪਬਲਿਕ ਮੀਟਿੰਗ ਇਨ ਬਦਰੀਨਾਥ ਇਨ 1956।
ਐਕਚੁਅਲੀ ਕਹਿੰਦੇ ਮੇਰੇ ਵਿੱਚ ਇਹ ਚੇਂਜ ਕਿੱਦਾਂ ਆਇਆ ਕਿ ਮੈਂ ਇੱਕ ਪਬਲਿਕ ਮੀਟਿੰਗ ਜਿਹੜੀ ਕਿ ਬਦਰੀਨਾਥ ਦੇ ਵਿੱਚ 1956 ਦੇ ਵਿੱਚ ਹੋਈ ਸੀ, ਮੈਂ ਉਹ ਅਟੈਂਡ ਕੀਤੀ ਸੀ। ਦ ਸਟਾਰ ਸਪੀਕਰ ਹੇਅਰ ਵਾਜ਼ ਗ੍ਰੇਟ ਜੈ ਪ੍ਰਕਾਸ਼ ਨਾਰਾਇਣ, popularly known as JP, and another speaker was the local ਸਰਵੋਦਿਆ ਲੀਡਰ ਮਾਨ ਸਿੰਘ ਰਾਵਤ। ਤੇ ਇਸ ਮੀਟਿੰਗ ਦੇ ਵਿੱਚ ਉਹ ਦੋ ਲੋਕਾਂ ਨੂੰ ਮਿਲੇ, ਉਹਨਾਂ ਦਾ ਨਾਮ ਸੀ ਜੈ ਪ੍ਰਕਾਸ਼ ਨਾਰਾਇਣ ਜਿਨ੍ਹਾਂ ਨੂੰ JP ਵੀ ਕਿਹਾ ਜਾਂਦਾ ਹੈ, ਤੇ ਦੂਸਰੇ ਕੌਣ ਸੀ, ਸਰਵੋਦਿਆ ਲੀਡਰ ਸੀਗੇ ਜਿਨ੍ਹਾਂ ਦਾ ਨਾਮ ਸੀ ਮਾਨ ਸਿੰਘ ਰਾਵਤ। The young man was deeply impressed by both। ਤੇ ਚੰਡੀ ਪ੍ਰਸਾਦ ਭੱਟ ਉਸ ਟਾਈਮ ਯੰਗ ਮੈਨ ਸੀਗੇ ਅਤੇ ਉਹਨਾਂ ਦੋਨਾਂ ਤੋਂ ਬਹੁਤ ਜ਼ਿਆਦਾ ਇੰਪਰੈਸ ਸੀਗੇ। ਨਾਓ ਹੀ ਵੁੱਡ ਸੀਕ ਆਊਟ ਨਿਊਜ਼ ਆਫ JP ਔਰ ਬਿਨੋਵਾ ਐਂਡ ਦੇਅਰ ਸਰਵੋਦਿਆ ਮੂਵਮੈਂਟ। ਅਤੇ ਹੁਣ ਉਸ ਤੋਂ ਬਾਅਦ ਉਹਨਾਂ ਨੂੰ ਮਿਲਣ ਤੋਂ ਬਾਅਦ ਉਹਨਾਂ ਦੇ ਬਾਰੇ ਜਿਹੜੀਆਂ ਵੀ ਕੋਈ ਨਿਊਜ਼ ਆਉਂਦੀਆਂ ਸੀਗੀਆਂ JP ਦੇ ਬਾਰੇ ਜਾਂ ਬਿਨੋਵਾ ਦੇ ਬਾਰੇ ਜਾਂ ਸਰਵੋਦਿਆ ਮੂਵਮੈਂਟ ਜਿਹੜੀ ਮਾਨ ਸਿੰਘ ਰਾਵਤ ਚਲਾ ਰਹੇ ਸੀਗੇ, ਇਹਨਾਂ ਦੇ ਬਾਰੇ ਜਦੋਂ ਵੀ ਕੋਈ ਨਿਊਜ਼ ਆਉਂਦੀ ਸੀਗੀ ਤਾਂ ਉਹਨੂੰ ਉਹ ਸੀਕ ਆਊਟ ਕਰਨਾ ਮਤਲਬ ਕਿ ਉਹਨੂੰ ਦੇਖਦੇ ਸੀ ਨਿਊਜ਼ ਨੂੰ ਅਤੇ ਉਹਦੇ ਵਿੱਚ ਗੋ ਥਰੂ ਹੁੰਦੇ ਸੀ। When the time came to take his annual holiday, he spent it with Man Singh Rawat in the interior villages of Uttarakhand। ਤਾਂ ਜਦੋਂ ਉਹਨਾਂ ਨੂੰ ਐਨੂਅਲ ਹੌਲੀਡੇ ਹੋਈ, ਛੁੱਟੀ ਲੈਣ ਦਾ ਉਹਨਾਂ ਦਾ ਟਾਈਮ ਆਇਆ ਤਾਂ ਉਹਨਾਂ ਨੇ ਘਰ ਨਹੀਂ ਗਏ, ਉਹਨਾਂ ਨੇ ਉਹ ਛੁੱਟੀਆਂ ਆਪਣੀਆਂ ਮਾਨ ਸਿੰਘ ਰਾਵਤ ਦੇ ਨਾਲ ਉੱਤਰਾਖੰਡ ਦੇ ਇੰਟੀਰੀਅਰ ਵਿਲੇਜਸ ਜਿਹੜੇ ਕਿ ਬਹੁਤ ਅੰਦਰ ਨੂੰ ਜਾ ਕੇ ਵਿਲੇਜਸ ਸੀਗੇ ਉੱਤਰਾਖੰਡ ਦੇ ਵਿੱਚ, ਉੱਥੇ ਉਹਨਾਂ ਨੇ ਆਪਣੀਆਂ ਜਿਹੜੀਆਂ ਛੁੱਟੀਆਂ ਸੀ ਉਹ ਸਪੈਂਡ ਕੀਤੀਆਂ। ਮਾਨ ਸਿੰਘਸ ਬ੍ਰਦਰ ਓਨ 3 buses ਆਫ GMOU। ਅਤੇ ਉਹ ਕਿਸ ਤਰ੍ਹਾਂ ਉਹਨੂੰ ਜਾਣਦੇ ਸੀਗੇ ਕਿ ਉਹਨਾਂ ਦੇ ਜਿਹੜੇ ਮਾਨ ਸਿੰਘ ਰਾਵਤ ਦੀ ਵੈਸੇ ਵੀ ਉਹਨਾਂ ਨੇ ਪਬਲਿਕ ਮੀਟਿੰਗ ਦੇ ਵਿੱਚ ਉਹਨਾਂ ਨੂੰ ਬੋਲਦਿਆਂ ਸੁਣਿਆ ਸੀ, ਉਹਨਾਂ ਤੋਂ ਇੰਪਰੈਸ ਸੀਗੇ। ਅਤੇ ਉਹਨਾਂ ਦੇ ਜਿਹੜੇ ਬ੍ਰਦਰ ਵੀ ਸੀਗੇ, ਉਹਨਾਂ ਦੀਆਂ 3 buses ਜਿਹੜੀਆਂ GMOU ਦੇ ਵਿੱਚ ਉਹਨਾਂ ਦੀਆਂ ਬੱਸਿਸ ਚੱਲਦੀਆਂ ਸੀ, ਉਹਨਾਂ ਨੂੰ ਓਨ ਕਰਦੇ ਸੀ। ਇਫ ਦਿਸ ਰਿਚ ਮੈਨ ਬਾਈ ਲੋਕਲ ਸਟੈਂਡਰਡ, ਉਹਨਾਂ ਦੇ ਉੱਥੋਂ ਜਿਹੜੀਆਂ 3 ਬੱਸਿਸ ਆਪਣੀਆਂ ਹੋਣ ਤਾਂ ਉੱਥੋਂ ਦੇ ਲੋਕਲ ਸਟੈਂਡਰਡ ਦੇ ਹਿਸਾਬ ਦੇ ਨਾਲ ਉਹ ਕਾਫੀ ਅਮੀਰ ਸੀ। ਕੈਨ ਆਬਜਿਓਰ ਮੀਨਸ ਕੈਨ ਲੀਵ, ਕੈਨ ਰਿਨਾਊਂਸ ਹਿਜ਼ ਇਨਹੈਰੀਟੈਂਸ ਮਤਲਬ ਵਿਰਾਸਤ ਦੇ ਵਿੱਚ ਉਹਨਾਂ ਨੂੰ ਕਾਫੀ ਕੁਛ ਪੈਸਾ ਮਿਲਿਆ ਆ ਜਾਂ ਇਸ ਤਰ੍ਹਾਂ ਕਾਫੀ ਜ਼ਿਆਦਾ ਬਿਜ਼ਨਸ ਮਿਲਿਆ ਆ। ਜਦੋਂ ਉਹ ਆਪਣਾ ਇੰਨਾ ਵੱਡਾ ਬਿਜ਼ਨਸ ਛੱਡ ਸਕਦੇ ਆ ਉਹ ਕਹਿੰਦੇ ਤਾਂ ਉਹ ਫॉर ਸਰਵੋਦਿਆ ਮੂਵਮੈਂਟ ਦੇ ਲਈ, ਤਾਂ ਚੰਡੀ ਪ੍ਰਸਾਦ ਨੇ ਸੋਚਿਆ ਤਾਂ ਮੈਂ ਕਿਉਂ ਨਹੀਂ ਇਹ ਸਭ ਕਰ ਸਕਦਾ, ਮੇਰੇ ਕੋਲ ਤਾਂ ਕੋਈ ਬਹੁਤੀ ਜ਼ਮੀਨ ਜਾਇਦਾਦ ਧਨ ਦੌਲਤ ਹੈ ਨਹੀਂ ਛੱਡਣ ਦੇ ਲਈ, ਜੇ ਕੋਈ ਇੰਨਾ ਰਿਚ ਪਰਸਨ ਛੱਡ ਸਕਦਾ ਤਾਂ ਮੈਂ ਕਿਉਂ ਨਹੀਂ ਛੱਡ ਸਕਦਾ। Between 1956 and 1960, Chandi Prasad spent his leave learning about Sarvodaya from Man Singh and his wife Shashi Behan, who has been trained by legendary Sarla Behan at Lakshmi Ashram in Kasoni। ਤਾਂ ਉਸ ਤੋਂ ਬਾਅਦ 1956 ਤੋਂ 1960 ਦੇ ਵਿੱਚ ਇਹ ਉਹਨਾਂ ਨੇ 4 ਸਾਲ ਜਿਹੜੇ ਆ ਚੰਡੀ ਪ੍ਰਸਾਦ ਨੇ ਆਪਣੀਆਂ ਛੁੱਟੀਆਂ ਸਪੈਂਡ ਹਿਜ਼ ਲੀਵ, ਆਪਣੀ ਛੁੱਟੀ ਸਰਵੋਦਿਆ ਮੂਵਮੈਂਟ ਨੂੰ ਹੀ ਦੇ ਬਾਰੇ ਜਾਣਕਾਰੀ ਲੈਂਦਿਆਂ ਹੋਇਆ ਮਾਨ ਸਿੰਘ ਅਤੇ ਉਹਨਾਂ ਦੀ ਵਾਈਫ ਸ਼ਸ਼ੀ ਬੇਨ ਤੋਂ ਲੈਂਦਿਆਂ ਹੋਇਆ ਹੀ ਸਪੈਂਡ ਕੀਤੇ ਬਿਤਾਏ। ਅਤੇ ਜਿਹੜੀ ਸ਼ਸ਼ੀ ਬਹਿਨ ਸੀ ਉਹਨਾਂ ਨੇ ਲੈਜੈਂਡਰੀ ਮਤਲਬ ਕਿ ਜਿਹੜਾ ਬੰਦਾ ਬਹੁਤ ਜ਼ਿਆਦਾ ਫੇਮਸ ਹੋਵੇ, ਸਰਲਾ ਬਹਿਨ ਜੋ ਕਿ ਲਕਸ਼ਮੀ ਆਸ਼ਰਮ ਜਿਹੜਾ ਕਿ ਕਸੌਨੀ ਦੇ ਵਿੱਚ ਸੀਗੇ, ਉੱਥੋਂ ਉਹਨਾਂ ਦੀ ਵਾਈਫ ਜਿਹੜੀ ਹੈ ਸ਼ਸ਼ੀ ਬਹਿਨ ਉਹ ਟ੍ਰੇਨਿੰਗ ਲੈ ਕੇ ਆਈ ਸੀ। There were educative tracks with the Rawats and also one in 1951 with Vinova Bhave। ਸੋ ਉਹਨਾਂ ਉਸ ਤੋਂ ਬਾਅਦ ਐਜੂਕੇਟਿਵ ਟਰੈਕ ਕਰਨਾ ਕੀ ਹੁੰਦਾ ਆ, ਪਹਾੜਾਂ ਨੂੰ ਚੜ੍ਹਨਾ, ਟਰੈਕਿੰਗ ਕਰਨਾ ਨਾ, ਤਾਂ ਉਹ ਜਿਹੜੇ ਟਰੈਕਿੰਗ ਕਰ ਰਹੇ ਸੀ ਉਹਦੇ ਵਿੱਚ ਬਹੁਤ ਜ਼ਿਆਦਾ ਨੌਲੇਜ ਐਜੂਕੇਸ਼ਨ ਉਹਨਾਂ ਨੂੰ ਮਿਲ ਰਹੀ ਸੀ। ਉਹਨਾਂ ਨੇ ਮਾਨ ਸਿੰਘ ਰਾਵਤ ਸੱਚ 'ਤੇ ਕਿਉਂ ਕਿਹਾ ਗਿਆ ਹੈ ਕਿ ਰਾਵਤ ਫੈਮਿਲੀ ਦੇ ਨਾਲ ਉਹਨਾਂ ਨੇ ਇਹ ਸਪੈਂਡ ਕੀਤੇ। ਅਤੇ ਇਨ 1959 ਦੇ ਵਿੱਚ ਉਹਨਾਂ ਨੇ ਬਿਨੋਵਾ ਭਵੇ ਦੇ ਨਾਲ ਵੀ ਇੱਕ ਐਜੂਕੇਸ਼ਨਲ ਟਰੈਕਿੰਗ ਕੀਤੀ। China was now making menacing means dangerous moves on the Indian front। Indian frontier means Indian border ਦੇ ਉੱਤੇ ਚਾਈਨਾ ਜਿਹੜਾ ਆ ਹੁਣ ਡੇਂਜਰਸ ਅਟੈਕ ਜਿਹੜਾ ਆ ਪਲਾਨ ਕਰ ਰਿਹਾ ਸੀ, ਮੂਵ ਕਰ ਰਿਹਾ ਸੀ।
The other Asian Giants challenge, said JP, was not merely military but also ideological. ਤਾਂ ਉਹਨਾਂ ਨੂੰ ਜੈ ਪ੍ਰਕਾਸ਼ ਨਾਰਾਇਣ ਨੇ ਦੱਸਿਆ ਏਸ਼ੀਅਨ ਜਾਇੰਟਸ ਚੈਲੰਜ। ਜਾਇੰਟ ਕਿਹਨੂੰ ਕਹਿ ਦਿੰਦੇ? ਹਿਊਜ। ਏਸ਼ੀਆ ਮਤਲਬ ਕਾਫੀ ਹਿਊਜ, ਬਹੁਤ ਵੱਡਾ ਕੌਂਟੀਨੈਂਟ ਹੈ। ਉਹਦੇ ਅੱਗੇ ਬਹੁਤ ਵੱਡਾ ਚੈਲੰਜ ਕੀ ਹੈ? ਸਿਰਫ ਮਿਲਟਰੀ ਚੈਲੰਜ ਨਹੀਂ ਹੈ, ਮੇਰਲੀ ਮਿਲਟਰੀ ਚੈਲੰਜ ਨਹੀਂ ਹੈ ਕਿ ਉਹਨਾਂ ਦੇ ਉੱਤੇ ਬਾਹਰੀ ਅਟੈਕ ਹੋ ਸਕਦਾ ਮਿਲਟਰੀ ਦਾ ਜਾਂ ਆਰਮੀ ਦਾ, ਬਟ ਆਲਸੋ ਆਈਡੀਓਲੋਜੀਕਲ। ਉਹਨਾਂ ਦੇ ਉੱਤੇ ਦੂਸਰੀਆਂ ਬਾਹਰਲੀਆਂ ਆਈਡੀਓਲੋਜੀਜ਼ ਵੀ ਅਟੈਕ ਕਰ ਰਹੀਆਂ ਆ। ਮਤਲਬ ਜਿਸ ਤਰ੍ਹਾਂ ਵੈਸਟਰਨ ਆਈਡੀਓਲੋਜੀ ਹੈ ਜਿਹੜੀ, ਉਹ ਜਿੱਦਾਂ ਇੰਡੀਆ ਦੇ ਉੱਤੇ ਅਟੈਕ ਕਰਨਾ, ਮਤਲਬ ਕਿ ਇੰਡੀਆ ਜਿਹੜਾ ਆ ਆਪਣਾ ਆਈਡੀਓਲੋਜੀ, ਆਪਣੇ ਪੁਰਾਣੇ ਰੀਤੀ ਰਿਵਾਜ ਛੱਡ ਕੇ ਮਾਡਰਨ ਜਾਂ ਵੈਸਟਰਨ ਜਿਹੜਾ ਆ ਬ੍ਰਿਟਿਸ਼ਰਸ ਜਾਂ ਵੈਸਟਰਨ ਆਈਡੀਓਲੋਜੀ ਉਹਨੂੰ ਜ਼ਿਆਦਾ ਫੋਲੋ ਕਰ ਰਿਹਾ। ਸੋ ਉਹ ਕਹਿੰਦੇ ਸਾਡੇ ਸਾਹਮਣੇ ਸਿਰਫ ਪ੍ਰੋਬਲਮ ਇਸ ਟਾਈਮ ਮਿਲਟਰੀ ਪ੍ਰੋਬਲਮ ਨਹੀਂ ਹੈ, ਆਈਡੀਓਲੋਜੀਕਲ ਪ੍ਰੋਬਲਮ ਵੀ ਹੈ। ਸਾਡੀ ਆਪਣੀ ਆਈਡੀਓਲੋਜੀ ਖਤਮ ਹੋ ਕੇ ਵੈਸਟਰਨ ਆਈਡੀਓਲੋਜੀ ਜਿਹੜੀ ਆ ਉਹ ਜ਼ਿਆਦਾ ਵੱਧ ਰਹੀ ਆ। ਅ ਕਾਲ ਫॉर ਮੋਰ ਵਲੰਟੀਅਰਸ ਵਾਜ਼ ਆਨਸਰਡ ਬਾਈ ਭੱਟ, who in 1960 made his ਜੀਵਨ ਦਾਨ to ਸਰਵੋਦਿਆ ਮੂਵਮੈਂਟ। ਉਹਨਾਂ ਨੇ ਫਿਰ ਸਰਵੋਦਿਆ ਮੂਵਮੈਂਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਾਲ ਕੀਤੀ ਕਿ ਹੋਰ ਵਲੰਟੀਅਰ ਸਾਡੇ ਨਾਲ ਜੁੜਨ। ਉਹਨਾਂ ਨੇ ਹੋਰ ਵਲੰਟੀਅਰਸ ਨੂੰ ਆਪਣੀ ਸਰਵੋਦਿਆ ਮੂਵਮੈਂਟ ਦੇ ਵਿੱਚ ਜੁਆਇਨ ਕਰਨ ਦੇ ਲਈ ਬੁਲਾਇਆ। ਤਾਂ ਇਸ ਕਾਲ ਨੂੰ ਦਾ ਜਵਾਬ ਕਿਹਨੇ ਦਿੱਤਾ? ਭੱਟ ਨੇ ਜਵਾਬ ਦਿੱਤਾ 1960 ਦੇ ਵਿੱਚ। ਉਹਨਾਂ ਨੇ ਸਰਵੋਦਿਆ ਮੂਵਮੈਂਟ ਟਿਲ ਡੈਥ, ਉਹਨਾਂ ਨੇ ਕਿਹਾ ਕਿ ਮੈਂ ਜੀਵਨ ਦਾਨ ਦਿੰਦਾ ਹਾਂ ਕਿ ਮੈਂ ਇਹ ਮੂਵਮੈਂਟ ਦੇ ਨਾਲ ਹਮੇਸ਼ਾ ਜੁੜਿਆ ਰਵਾਂਗਾ ਟਿਲ ਮਾਈ ਲਾਈਫ। ਇਟ ਵਾਜ਼ ਅ ਕੰਸੀਡਰੇਬਲ ਸੈਕਰੀਫਾਈਸ। ਇਹ ਬਹੁਤ ਵੱਡਾ ਸੈਕਰੀਫਾਈਸ ਸੀਗਾ, ਬਹੁਤ ਵੱਡਾ ਤਿਆਗ ਸੀਗਾ, ਕਿਉਂਕਿ ਉਹ ਹੁਣ ਉਹਨਾਂ ਦੀ ਮੈਰਿਜ ਵੀ ਹੋ ਚੁੱਕੀ ਸੀ ਅਤੇ ਉਹਨਾਂ ਦਾ ਹੈਡ ਅ ਚਾਈਲਡ, ਉਹਨਾਂ ਦੇ ਇੱਕ ਬੱਚਾ ਵੀ ਸੀ। ਲੇਕਿਨ ਉਹਨਾਂ ਨੇ ਆਪਣੀ ਫੈਮਲੀ, ਆਪਣਾ ਬੱਚਾ, ਆਪਣੀ ਵਾਈਫ, ਸਾਰਾ ਕੁਝ ਛੱਡ ਦਿੱਤਾ ਇਸ ਸਰਵੋਦਿਆ ਮੂਵਮੈਂਟ ਨੂੰ ਜੁਆਇਨ ਕਰਨ ਦੇ ਲਈ। With a few friends, Bhatt first ran a labor cooperative that helped repair houses and build roads, its members sharing the work and wages equally. ਆਪਣੇ ਨਾਲ ਭੱਟ ਦੇ ਉਹਨਾਂ ਦੇ ਕੁਝ ਫਿਊ ਫਰੈਂਡ ਸੀਗੇ, ਉਹਨਾਂ ਨੇ ਵੀ ਜੁਆਇਨ ਕੀਤਾ ਅਤੇ ਦੇ ਰੈਨ ਅ ਲੇਬਰ ਕੋਆਪਰੇਟਿਵ ਹੈ ਮੀਨਸ ਉਹਨਾਂ ਨੇ ਆਪਣਾ ਇੱਕ ਯੂਨਿਟ ਚਲਾਇਆ, ਇੱਕ ਯੂਨੀਅਨ ਚਲਾਈ ਜਿਹੜੀ ਕਿ ਲੇਬਰ ਕੋਆਪਰੇਟਿਵ ਸੀਗੀ। ਉਹ ਕੀ ਕੰਮ ਕਰਦੇ ਸੀਗੇ? ਜਿੱਦਾਂ ਘਰਾਂ ਨੂੰ ਰਿਪੇਅਰ ਕਰਨਾ ਜਾਂ ਜਿਹੜੇ ਰਾਸਤੇ ਸੀਗੇ ਉਹਨਾਂ ਨੂੰ ਬਣਾਉਣਾ। ਅਤੇ ਇਹਦੇ ਜਿਹੜੇ ਮੈਂਬਰ ਸੀਗੇ ਲੇਬਰ ਕੋਆਪਰੇਟਿਵ, ਲੇਬਰ ਯੂਨੀਅਨ ਦੇ ਆਪਾਂ ਇੱਥੇ ਕਹਿ ਸਕਦੇ ਹਾਂ, ਉਹ ਕੰਮ ਵੀ ਇਕੁਅਲੀ ਸ਼ੇਅਰ ਕਰਦੇ ਸੀ। ਅਤੇ ਜਿਹੜੀ ਉਹਨਾਂ ਨੂੰ ਤਨਖਾਹ ਮਿਲਦੀ ਸੀਗੀ, ਜਿੱਦਾਂ ਗੌਰਮੈਂਟ ਵੱਲੋਂ ਤਨਖਾਹ ਮਿਲ ਰਹੀ ਆ, ਵੇਜਸ ਮਿਲ ਰਹੇ ਆ, ਉਹਨੂੰ ਵੀ ਇਕੁਅਲੀ ਸ਼ੇਅਰ ਕਰ ਰਹੇ ਸੀਗੇ। In 1964 was founded the Dasauli Gram Seva Sangh, which has been Dasauli Gram Seva Sangh, which has just been called the mother organization of the Chipko movement। ਤੇ ਉਸ ਤੋਂ ਬਾਅਦ 1964 ਦੇ ਵਿੱਚ ਉਹਨਾਂ ਨੇ ਦਸੌਲੀ ਗ੍ਰਾਮ ਸੇਵਾ ਸੰਘ ਚਲਾਇਆ। ਇੱਕ ਉਹਨਾਂ ਨੇ ਆਪਣਾ ਲੋਕਲ ਸੰਘ, ਇੱਕ ਆਪਣੀ ਲੋਕਲ ਇੱਕ ਉਹਨਾਂ ਨੇ ਯੂਨੀਅਨ ਕਹਿ ਸਕਦੇ ਹਾਂ, ਉਹ ਚਲਾਈ ਜਿਹਨੂੰ ਆਪਾਂ ਕੀ ਮੰਨਦੇ ਹਾਂ ਵਿਚ ਹੈਜ਼ ਜਸਟਲੀ ਮੀਨਸ ਰਾਈਟਲੀ ਇਹਨੂੰ ਕੀ ਕਿਹਾ ਗਿਆ ਆ? ਮਦਰ ਆਰਗੇਨਾਈਜੇਸ਼ਨ ਆਫ ਚਿਪਕੋ ਮੂਵਮੈਂਟ। ਚਿਪਕੋ ਮੂਵਮੈਂਟ ਬਹੁਤ ਵੱਡੀ ਮੂਵਮੈਂਟ ਸੀ, ਲੇਕਿਨ ਇਹਨੂੰ ਸਟਾਰਟ ਕਰਨ ਵਾਲੇ ਮਦਰ ਆਰਗੇਨਾਈਜੇਸ਼ਨ ਕਿਹੜੀ ਸੀਗੀ? ਦਸੌਲੀ ਗ੍ਰਾਮ ਸੇਵਾ ਸੰਘ ਹੀ ਇਜ਼ ਦੀ ਬਿਗਨਿੰਗ। ਇਹਦੀ ਸ਼ੁਰੂਆਤ ਕਿਸ ਤੋਂ ਹੋਈ ਸੀ? ਦਸੌਲੀ ਸੇਵਾ ਸੰਘ ਤੋਂ ਹੋਈ ਸੀ। that movement of course lay a decade in future, ਲੇਕਿਨ ਇਹ ਜਿਹੜੀ ਚਿਪਕੋ ਮੂਵਮੈਂਟ ਸੀਗੀ ਇਹਨੂੰ ਫਿਊਚਰ ਦੇ ਵਿੱਚ ਪੂਰੀ ਤਰ੍ਹਾਂ ਆਉਂਦਿਆਂ ਹੋਇਆਂ ਡਿਕੇਡ, 10 ਸਾਲ ਦਾ ਜਿਹੜਾ ਸਮਾਂ ਲੱਗ ਗਿਆ। Still, it's worth noting that the foundation stone of DGSS means Dasauli Gram Seva Sangh was laid by a woman, Sucheta Kriplani, the Chief Minister of Uttar Pradesh, while the land was donated by another woman, Shama Devi।
ਸੋ ਕਹਿੰਦੇ ਕਿ ਇਹ ਜਿਹੜੀ ਇਹ ਉਹਨਾਂ ਨੇ ਦਸੌਲੀ ਗ੍ਰਾਮ ਸੇਵਾ ਸੰਘ ਚਲਾਇਆ ਸੀਗਾ, ਉਹਦਾ ਜਿਹੜਾ ਫਾਊਂਡੇਸ਼ਨ ਸਟੋਨ ਸੀਗਾ, ਉਹਦਾ ਨੀਂਹ ਪੱਥਰ ਕਿਹਨੇ ਰੱਖਿਆ ਸੀ? ਇੱਕ ਵੂਮਨ ਨੇ ਰੱਖਿਆ ਸੀ। ਉਹਨਾਂ ਦਾ ਨਾਮ ਕੀ ਸੀ? ਸੁਚੇਤਾ ਕ੍ਰਿਪਲਾਨੀ। ਉਹ ਕੌਣ ਸੀਗੇ? ਚੀਫ ਮਿਨਿਸਟਰ ਆਫ ਉੱਤਰ ਪ੍ਰਦੇਸ਼ ਸੀਗੇ। ਅਤੇ ਜਿਹੜੀ ਇਸ ਸੰਘ ਨੂੰ ਜ਼ਮੀਨ ਜਿਹੜੀ ਡੋਨੇਟ ਕੀਤੀ ਗਈ, ਦਾਨ ਕੀਤੀ ਗਈ, ਉਹ ਵੀ ਇੱਕ ਔਰਤ ਨੇ ਹੀ ਕੀਤੀ ਸੀ। ਉਹਨਾਂ ਦਾ ਨਾਮ ਸੀ ਸ਼ਾਮਾ ਦੇਵੀ। My account of Bhatt's early years and initiation into a Sarvodaya comes from an extended interview ਹੀ ਰੀਸੈਂਟਲੀ ਗ੍ਰਾਂਟਡ ਮੀ। ਤਾਂ ਉਹ ਕਹਿੰਦੇ ਕਿ ਜਿਹੜਾ ਮੈਂ ਇਸ ਤਰ੍ਹਾਂ ਇੰਨਾ ਜ਼ਿਆਦਾ ਅਕਾਊਂਟ ਮੀਨਸ ਡਿਟੇਲਸ ਦੇ ਪਾ ਰਿਹਾ ਹਾਂ ਭੱਟ ਦੀ ਅਰਲੀ ਲਾਈਫ ਦੇ ਬਾਰੇ, ਅਤੇ ਕਿਸ ਤਰ੍ਹਾਂ ਉਹਨਾਂ ਨੇ ਇਨੀਸ਼ੀਏਸ਼ਨ ਮੀਨਸ ਸ਼ੁਰੂਆਤ ਕੀਤੀ ਸਰਵੋਦਿਆ ਮੂਵਮੈਂਟ ਦੇ ਨਾਲ। ਉਹ ਕਿੱਥੋਂ ਉਹਨਾਂ ਨੇ ਇਹ ਸਾਰਾ ਕੁਝ ਦੱਸ ਪਾ ਰਹੇ ਆ। ਉਹਨਾਂ ਦੀ ਇੱਕ ਇੰਟਰਵਿਊ ਹੋਈ ਸੀ, ਐਕਸਟੈਂਡਡ ਇੰਟਰਵਿਊ, ਕਾਫੀ ਲੰਬੀ ਉਹਨਾਂ ਦੀ ਇੰਟਰਵਿਊ ਹੋਈ ਸੀਗੀ, ਜਿਹੜੀ ਕਿ ਚੰਡੀ ਪ੍ਰਸਾਦ ਭੱਟ ਨੇ ਉਹਨਾਂ ਨੂੰ ਰੀਸੈਂਟਲੀ ਹੀ ਦਿੱਤੀ ਸੀ। The first time I believe that this reticent means reserved, ਬਹੁਤ ਹੀ reserved personality ਸੀਗੇ ਚੰਡੀ ਪ੍ਰਸਾਦ ਭੱਟ, and consistently self-effacing means ਜਿਹੜੇ ਕਿ not making oneself noticeable, ਕਈ ਜਿਹੜੇ ਆਪਣੇ ਆਪ ਨੂੰ ਲੁੱਕ ਕੇ ਹੀ ਜ਼ਿਆਦਾ ਕੰਮ ਕਰਨਾ ਪਸੰਦ ਕਰਦੇ ਆ, ਬਾਹਰ ਆਪਣੇ ਕੰਮ ਦੀ ਬਹੁਤੀ ਜ਼ਿਆਦਾ ਪ੍ਰਸ਼ੰਸਾ ਜਾਂ ਬਹੁਤ ਜ਼ਿਆਦਾ ਬੋਲ ਵਾਲਾ ਨਹੀਂ ਕਰਵਾਉਣਾ ਚਾਹੁੰਦੇ, ਉਹਨਾਂ ਨੂੰ ਸੈਲਫ ਅਫੇਸਿੰਗ ਕਹਿੰਦੇ ਆ। ਉਹਨਾਂ ਦੀ ਪਰਸਨੈਲਿਟੀ ਸੈਲਫ ਅਫੇਸਿੰਗ ਸੀਗੀ, ਰੈਟੀਸੈਂਟ ਸੀਗੇ, ਬਹੁਤ ਰਿਜ਼ਰਵਡ ਪਰਸਨੈਲਿਟੀ ਸੀ, ਜ਼ਿਆਦਾ ਕਿਸੇ ਨਾਲ ਗੱਲਬਾਤ ਸ਼ੇਅਰ ਨਹੀਂ ਸੀ ਕਰਦੇ। ਮੈਨ ਹੈਜ਼ ਚੂਜ਼ਨ ਟੂ ਸਪੀਕ ਐਨ ਆਊਟਸਾਈਡਰ ਅਬਾਊਟ ਸੱਚ ਥਿੰਗਸ। ਉਹ ਕਹਿੰਦੇ ਕਿ ਮੈਂ ਇਹ ਬਹੁਤ ਵੱਡੀ ਗੱਲ ਸਮਝਦਾ ਹਾਂ ਕਿ ਉਹ ਬਹੁਤ ਹੀ ਰਿਜ਼ਰਵਡ ਸੈਲਫ ਅਫੇਸਿੰਗ ਪਰਸਨੈਲਿਟੀ ਸੀਗੇ, ਫਿਰ ਵੀ ਉਹਨਾਂ ਨੇ, ਮੈਂ ਇੱਕ ਆਊਟਸਾਈਡਰ ਸੀ, ਮੇਰੇ ਨਾਲ ਉਹਨਾਂ ਨੇ ਇਹਨਾਂ ਚੀਜ਼ਾਂ ਦੇ ਬਾਰੇ ਗੱਲਬਾਤ ਕੀਤੀ। With the founding of the DGSS means Dasoli Gram Seva Sangh, however, we enter the domain of the public man Bhatt rather than a Chandi Prasad। ਤੇ ਕਹਿੰਦੇ ਇਹ ਜਦੋਂ ਉਹਨਾਂ ਨੇ ਆਰਗੇਨਾਈਜੇਸ਼ਨ ਬਣਾਈ, ਕਿਹੜੀ ਆਰਗੇਨਾਈਜੇਸ਼ਨ? ਦਸੌਲੀ ਗ੍ਰਾਮ ਸੇਵਾ ਸੰਘ। ਉਸ ਤੋਂ ਬਾਅਦ ਉਹ ਇੱਕ ਪਬਲਿਕ ਮੈਨ ਦੇ ਵੱਲੋਂ ਜਿਹਨੂੰ ਪਬਲਿਕ ਦੇ ਵਿੱਚ ਜਿਹਦੀ ਇੱਕ ਪਹਿਚਾਣ ਹੋਵੇ, ਪਬਲਿਕ ਮੈਨ, ਉਹਨਾਂ ਨੂੰ ਕੀ ਕਹਿੰਦੇ ਹੁੰਦੇ ਸੀ? ਭੱਟ ਦੇ ਨਾਮ ਤੋਂ ਉਹ ਪਬਲਿਕ ਦੇ ਵਿੱਚ ਫੇਮਸ ਸੀਗੇ, ਰੈਦਰ ਦੈਨ ਚੰਡੀ ਪ੍ਰਸਾਦ। ਪੂਰਾ ਨਾਮ ਨਹੀਂ ਸੀ ਉਹਨਾਂ ਦਾ ਚੰਡੀ ਪ੍ਰਸਾਦ ਭੱਟ ਨਾਮ ਦੀ ਬਜਾਏ ਉਹਨਾਂ ਦਾ ਪਬਲਿਕ ਦੇ ਵਿੱਚ ਨਾਮ ਐਜ਼ ਏ ਭੱਟ, ਜਿਹੜਾ ਪਬਲਿਕ ਮੈਨ ਜਿਹੜੇ ਆ ਉਹ ਉੱਭਰ ਕੇ ਹੁਣ ਇਸ ਡੋਮੇਨ ਦੇ ਵਿੱਚ ਆ ਚੁੱਕੇ ਸੀਗੇ। The DGSS emphasis was on local employment generation। ਇਹ ਜਿਹੜਾ ਦਸੌਲੀ ਗ੍ਰਾਮ ਸੇਵਾ ਸੰਘ ਸੀ, ਉਹਦਾ ਕੀ ਕੰਮ ਸੀਗਾ ਕਿ ਅਸੀਂ ਲੋਕਲ ਲੈਵਲ 'ਤੇ ਹੀ ਲੋਕਾਂ ਦੇ ਲਈ ਕੰਮ ਜਿਹੜਾ ਆ ਉਹ ਜਨਰੇਟ ਕਰੀਏ, ਉਹਨਾਂ ਦੇ ਲਈ ਕੰਮ ਜਿਹੜਾ ਆ ਉਹ ਇੰਪਲੋਇਮੈਂਟ ਜਨਰੇਟ ਕਰੀਏ ਥਰੂ ਵੀਵਿੰਗ ਕਰਨਾ ਕੀ ਹੁੰਦਾ ਆ? ਕੋਈ ਕਿਸੇ ਚੀਜ਼ ਦੀ ਬੁਣਤੀ ਕਰਨਾ। ਵੀ ਕੀਪਿੰਗ ਮਤਲਬ ਕਿ ਮਧੂ ਮੱਖੀਆਂ ਰੱਖਣਾ। ਹਰਬ ਕਲੈਕਸ਼ਨ ਕਿ ਫੋਰੈਸਟ ਦੇ ਵਿੱਚ ਜਾ ਕੇ ਜੜੀ ਬੂਟੀਆਂ ਇਕੱਠਾ ਕਰਨਾ। ਐਂਡ ਕਾਟੇਜ ਇੰਡਸਟਰੀ, ਛੋਟੇ ਕਾਟੇਜ ਇੰਡਸਟਰੀ, ਘਰੇਲੂ ਕੰਮ ਜਿਹੜੇ ਆ ਉਹਨਾਂ ਨੂੰ ਪ੍ਰਮੋਟ ਕਰਨਾ। ਇਹ ਦਸੌਲੀ ਗ੍ਰਾਮ ਸੇਵਾ ਸੰਘ ਦਾ ਇਹ ਮੇਨ ਐਮਫੈਸਿਸ ਸੀਗਾ। ਕਾਟੇਜ ਇੰਡਸਟਰੀ ਦੇ ਵਿੱਚ ਜਿਸ ਤਰ੍ਹਾਂ ਆ ਸਕਦਾ ਆ ਪੇਪਰ ਇਨਵੈਲਪਸ ਬਣਾਉਣਾ ਜਾਂ ਬੁਣਾਈ ਕਰਕੇ ਸ਼ਾਲ ਵਗੈਰਾ ਵੇਚਣੇ। ਸੋ ਇਹ ਕਾਟੇਜ ਇੰਡਸਟਰੀ ਦੇ ਵਿੱਚ ਆਉਂਦਾ ਸੀ। ਦੈਟ ਵੁੱਡ ਸਸਟੇਨੇਬਲੀ ਮਤਲਬ ਹੁੰਦਾ ਆ ਟੂ ਅਵੋਇਡ ਦਾ ਡਿਪਲੀਟ, ਮਤਲਬ ਕਿਸੇ ਚੀਜ਼ ਨੂੰ ਇਸ ਤਰ੍ਹਾਂ ਯੂਜ਼ ਕਰਨਾ ਕਿ ਉਹ ਕਦੇ ਖ਼ਤਮ ਨਾ ਹੋ ਜਾਵੇ। ਜਿਸ ਤਰ੍ਹਾਂ ਪਾਣੀ ਨੂੰ ਆਪਾਂ ਕਈ ਵਾਰ ਇਸ ਤਰ੍ਹਾਂ ਯੂਜ਼ ਕਰਦੇ ਹਾਂ ਕਿ ਉਹ ਇਸ ਤਰ੍ਹਾਂ ਲੱਗਦਾ ਕਿ ਪੰਜਾਬ 'ਚ ਪਾਣੀ ਖਤਮ ਹੋ ਜਾਏਗਾ। ਸਸਟੇਨੇਬਲ ਤਰੀਕਾ ਕੀ ਹੋਏਗਾ ਕਿ ਅਸੀਂ ਇਸ ਤਰੀਕੇ ਨਾਲ ਯੂਜ਼ ਕਰੀਏ ਕਿ ਪੰਜਾਬ 'ਚ ਪਾਣੀ ਕਦੇ ਖਤਮ ਨਾ ਹੋਵੇ। ਸੋ ਉਹਨਾਂ ਦਾ ਇਹੀ ਕੰਮ ਸੀ ਕਿ ਅਸੀਂ ਫੋਰੈਸਟ ਦੇ ਵੱਲੋਂ ਇਹ ਚੀਜ਼ਾਂ ਨੂੰ ਯੂਜ਼ ਤਾਂ ਕਰਾਂਗੇ, ਪਰ ਇਸ ਤਰੀਕੇ ਨਾਲ ਆਪਣੀ ਇੰਡਸਟਰੀਜ਼ ਦੇ ਵਿੱਚ ਯੂਜ਼ ਕਰਾਂਗੇ ਸਸਟੇਨੇਬਲੀ ਕਿ ਉਹ ਫੋਰੈਸਟ ਪ੍ਰੋਡਿਊਸ ਕਦੇ ਖਤਮ ਨਾ ਹੋਵੇ। 1968 JP and his wife Pravati visited Gopeshwar
Seeing the work of Bhatt and his followers, they said they were reminded of the spirit of the sacrificial heroism that had marked Gandhi's movement. तो 1968 ਦੇ ਵਿੱਚ ਜੇਪੀ ਐਂਡ ਉਹਨਾਂ ਦੇ ਵਾਈਫ ਜੇਪੀ ਕੌਣ ਸੀ ਜੈ ਪ੍ਰਕਾਸ਼ ਨਾਰਾਇਣ ਤੇ ਉਹਨਾਂ ਦੇ ਵਾਈਫ ਪ੍ਰਭਤੀ ਜਿਹੜੇ ਕਿ ਗੋਪੇਸ਼ਵਰ ਉਹਨਾਂ ਉੱਥੇ ਆਏ ਤੇ ਉਹਨਾਂ ਨੇ ਜਦੋਂ ਭੱਟ ਤੇ ਉਹਨਾਂ ਦੇ ਫੈਲੋਜ਼ ਮਤਲਬ ਉਹਨਾਂ ਦੇ ਨਾਲ ਦੇ ਜਿਹੜੇ ਲੋਕ ਸੀਗੇ ਉਹਨਾਂ ਦਾ ਕੰਮ ਦੇਖਿਆ ਤੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਦੇਖ ਕੇ ਸਾਨੂੰ ਗਾਂਧੀ ਮੂਵਮੈਂਟਸ ਜਿਹੜੀਆਂ ਸੀਗੀਆਂ ਉਹਨਾਂ ਦੇ ਵਿੱਚ ਜਿਹੜੀ ਲੋਕਾਂ ਦੇ ਵਿੱਚ ਸੈਕਰੀਫਿਸ਼ੀਅਲ ਹੀਰੋਇਜ਼ਮ ਸੀਗੀ ਤਿਆਗ ਕਰਨ ਦੀ ਜਿੱਦਾਂ ਗਾਂਧੀ ਜੀ ਨੇ ਨੌਨ ਵਾਇਲੈਂਸ ਮੂਵਮੈਂਟ ਚਲਾਈ ਸੀਗੀ ਗਾਂਧੀ ਜੀ ਨੇ ਸਿਵਲ ਡਿਸਓਬੀਡੀਐਂਸ ਮੂਵਮੈਂਟ ਚਲਾਈ ਸੀ ਕਿ ਅਸੀਂ ਅੰਗਰੇਜ਼ਾਂ ਦਾ ਬਿਲਕੁਲ ਕਹਿਣਾ ਨਹੀਂ ਮੰਨਣਾ ਜਾਂ ਅਸੀਂ ਅੰਗਰੇਜ਼ਾਂ ਦੇ ਵੱਲੋਂ ਅਸੀਂ ਸਵਦੇਸ਼ੀ ਚੀਜ਼ਾਂ ਨੂੰ ਵਰਤਣਾ ਅਸੀਂ ਅੰਗਰੇਜ਼ਾਂ ਦੀਆਂ ਦਿੱਤੀਆਂ ਚੀਜ਼ਾਂ ਨੂੰ ਨਹੀਂ ਵਰਤਣਾ ਹੈਗਾ ਸੋ ਉਸ ਟਾਈਮ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਸੈਕਰੀਫਿਸ਼ੀਅਲ ਹੀਰੋਇਜ਼ਮ ਆਈ ਸੀਗੀ ਅਤੇ ਉਹਨਾਂ ਨੇ ਗਾਂਧੀ ਜੀ ਦੇ ਸਪੋਰਟ ਦੇ ਵਿੱਚ ਆ ਗਏ ਸੀ ਅਤੇ ਇਸੇ ਤਰ੍ਹਾਂ ਉਹ ਕਹਿੰਦੇ ਆ ਕਿ ਭੱਟ ਅਤੇ ਉਹਨਾਂ ਦੇ ਫੈਲੋਜ਼ ਦਾ ਕੰਮ ਦੇਖ ਕੇ ਉਹਨਾਂ ਨੂੰ ਵੀ ਸੇਮ ਸੈਕਰੀਫਿਸ਼ੀਅਲ ਹੀਰੋਇਜ਼ਮ ਉਹੀ ਤਿਆਗ ਵਾਲੀ ਭਾਵਨਾ ਸਪਿਰਿਟ ਜਿਹੜੀ ਆ ਜੋ ਗਾਂਧੀ ਜੀ ਦੀ ਮੂਵਮੈਂਟਸ ਦੇ ਵਿੱਚ ਸੀਗੀ ਉਹੀ ਸੇਮ ਮੂਵਮੈਂਟ ਸੇਮ ਸਪਿਰਿਟ ਜਿਹੜੀ ਆ ਸੈਕਰੀਫਿਸ਼ੀਅਲ ਹੀਰੋਇਜ਼ਮ ਦੀ ਉਹ ਭੱਟ ਅਤੇ ਉਹਨਾਂ ਦੇ ਫੈਲੋਜ਼ ਦੇ ਵਿੱਚ ਦੇਖਣ ਨੂੰ ਮਿਲੀ ਹੈ So that's all in this part. The rest we'll read about Chandi Prasad Bhatt in the next video. And in this part we have read about the early life of Chandi Prasad Bhatt. Then he after his father's death, to help his mother, he joined the Garhwal Motors Union. From there he joined the Sarvodaya movement, and after that he founded the Dasauli Gram Seva Sangh, which started which helped the cottage industry and started the local employment generation for the people over there. I hope this part is clear to you. Thank you very much.